ਮਿਡਲੈਂਡ ਦਾ ਬਣ ਕੇ ਬਹਿ ਗਿਓ, ਮਿਡਲੈਂਡ ਦਾ ਬਣ ਕੇ ਬਹਿ ਗਿਓ, ਕਰ ਲਿਆ ਦੂਰ ਕਿਨਾਰਾ ਵੇ ਸਾਊਥ ਹਾਲ ਵੀ ਗੇੜਾ ਲਾ ਜਾ, ਸਾਊਥ ਹਾਲ ਵੀ ਗੇੜਾ ਲਾ ਜਾ, ਚੰਨੀ ਦਿਆ ਦਿਲਦਾਰਾ ਵੇ ਛੁੱਟੀਆਂ ਵੀਕ ਦੀਆਂ, ਕੱਚਾ ਸੋਹਣਿਆ ਯਾਰਾ ਛੁੱਟੀਆਂ ਵੀਕ ਦੀਆਂ, ਕੱਚਾ ਸੋਹਣਿਆ ਯਾਰਾ ਛੁੱਟੀਆਂ ਵੀਕ ਦੀਆਂ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, ਅਸੀਂ ਜਦੋਂ ਅਨਾਊਂਸਮੈਂਟ ਕੀਤੀ ਆ, ਅਸੀਂ ਪੋਸਟਰਸ ਸੋਸ਼ਲ ਮੀਡੀਆ ਦੇ ਉੱਤੇ ਅੱਜ ਪੋਸਟ ਕੀਤੇ ਹੈ ਕਿ ਸਾਡੇ ਸ਼ੋਅ ਦੇ ਵਿੱਚ ਅੱਜ ਪਰਮਜੀਤ ਪੰਮੀ ਸਾਡੇ ਨਾਲ ਸ਼ਾਮਲ ਹੋਣ ਜਾ ਰਹੀ ਹੈ, ਅਤੇ ਬਹੁਤ ਸਾਰੇ ਮੈਸੇजेस ਆਏ, ਕਹਿੰਦੇ ਵਾਓ ਵੇਅਰ ਹੈਜ਼ ਸ਼ੀ ਬੀਨ, ਇਹ ਕਿੱਥੇ ਲੁਕੇ ਹੋਏ ਸੀ। 15 ਸਾਲ ਤੋਂ ਮੈਂ ਥੋੜਾ ਬਿਕੋਜ਼ ਆਈ ਥਿੰਕ ਮਿਊਜ਼ਿਕ ਦੀ ਕਾਫੀ ਚੇਂਜਸ ਆ ਗਈਆਂ ਪੰਜਾਬੀ ਮਿਊਜ਼ਿਕ 'ਤੇ, ਅਤੇ ਇਸ ਕਰਕੇ ਸ਼ੋਜ਼ ਵਗੈਰਾ ਜਿਹੜੇ ਹੈਗੇ ਆ ਲਾਈਵ ਸ਼ੋਜ਼ ਉਹ ਤਾਂ ਥੋੜ੍ਹੇ ਬੰਦ ਹੋ ਗਏ ਸੀ, ਡੀਜੇਜ਼ ਨੇ ਟੇਕ ਓਵਰ ਕਰ ਲਈ। ਜੇ ਆਪਾਂ ਦੇਖੀਏ 40 ਸਾਲ ਪਹਿਲਾਂ ਇਸ ਇੰਡਸਟਰੀ ਦੇ ਵਿੱਚ ਪੈਰ ਪਾਉਣਾ, ਕਿੰਨੀਆਂ ਮੁਸ਼ਕਲਾਂ ਤੁਹਾਨੂੰ ਉਸ ਟਾਈਮ ਆਈਆਂ? ਉਸ ਟਾਈਮ 'ਤੇ ਈਜ਼ੀ ਨਹੀਂ ਸੀ, ਹਰ ਇੱਕ ਕੋਈ ਗਾਉਣ ਵਾਲੀ ਕੁੜੀ ਨੂੰ ਤਾਂ ਗਲਤ ਹੀ ਸਮਝਦਾ ਹੁੰਦਾ ਸੀ। 5-6 ਸਾਲ ਦੀ ਸੀ ਜਦੋਂ ਮੈਂ ਆਈ ਹੈਗੀ ਹਾਂ ਇੰਗਲੈਂਡ, ਪਰ ਮੈਨੂੰ ਸ਼ੌਕ ਹੋਇਆ ਪੰਜਾਬੀ ਸਿੰਗਿੰਗ ਦਾ, ਐਂਡ ਆਈ ਵਾਜ਼ ਅ ਬਾਥਰੂਮ ਸਿੰਗਰ। ਅਤੇ ਮੇਰੇ ਮੰਮੀ ਪਹਿਲਾਂ ਪਸੰਦ ਨਹੀਂ ਸੀ ਕਰਦੇ, ਮੇਰੇ ਮੰਮੀ ਕਹਿੰਦੇ ਸੀ ਜੱਟਾਂ ਦੀਆਂ ਕੁੜੀਆਂ ਨਹੀਂ ਗਾਉਂਦੀਆਂ ਹੁੰਦੀਆਂ। ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਹਾੜਾ ਵੇ ਸਾਡੀ ਹੋਰ ਨਾ ਤੂੰ ਜਿੰਦ ਤੜਫਾ। ਜਦੋਂ ਮੈਂ ਇੱਕ ਗਾਇਆ ਤਾਂ ਲੋਕ ਕਹਿਣ ਇੱਕ ਹੋਰ ਗਾ, ਮੈਨੂੰ ਹੋਰ ਕੋਈ ਗੀਤ ਨਾ ਆਵੇ। ਤੁਹਾਨੂੰ ਹੁਣ ਕੀ ਲੱਗਦਾ ਵੀ ਜਿਹੜਾ ਯੂਥ ਆ ਹੁਣ ਅੱਜ ਕੱਲ੍ਹ ਬੋਲੀਆਂ ਤੋਂ ਬਹੁਤ ਦੂਰ ਹੋ ਗਿਆ, ਬਿਕਾਜ਼ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਹੁਣ ਜਿਹੜਾ ਮਿਊਜ਼ਿਕ ਆ ਉਹਦੇ ਵਿੱਚ ਕਾਫੀ ਬਦਲਾਅ ਆਇਆ ਹੋਇਆ, ਇਟਸ ਕੰਪਲੀਟਲੀ ਡਿਫਰੈਂਟ। ਚੈਨਲ ਪੰਜਾਬੀ ਵੇਖਦੇ ਵੀਅਰਸ ਦਾ ਸਵਾਗਤ ਹੈ ਅੱਜ ਦੇ ਫਰੰਟਲਾਈਨ ਪ੍ਰੋਗਰਾਮ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁਖੀ। ਕੱਲ੍ਹ ਸੀਗਾ ਇੰਟਰਨੈਸ਼ਨਲ ਵੂਮਨਸ ਡੇ, ਅਤੇ ਅੱਜ ਥੋੜ੍ਹਾ ਜਿਹਾ ਉਹਦਾ ਫਲੇਵਰ ਆਪਾਂ ਕੰਟੀਨਿਊ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਇੱਕ ਛੁਪਿਆ ਹੋਇਆ ਹੀਰਾ, ਮਿੱਠੀ ਆਵਾਜ਼, ਦਿਲ ਮੋਹਣ ਵਾਲੀ ਜਿਹੜੀ ਹੈਗੀ ਆ, ਇੱਕ ਇੰਟਰਨੈਸ਼ਨਲ ਆਰਟਿਸਟ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਪਾਇਨੀਅਰ ਆਰਟਿਸਟ ਹੈਗੇ ਆ, ਜਿਨ੍ਹਾਂ ਨੇ ਪਹਿਲਾਂ ਜਿਹੜੇ ਬੈਰੀਅਰਸ ਬ੍ਰੇਕ ਕੀਤੇ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਔਰਤ ਹੋਣ ਦੇ ਨਾਂ 'ਤੇ। ਇੱਕ ਹੀਰਾ ਜੋ ਬਹੁਤ ਚਿਰਾਂ ਦਾ ਲੁਕਿਆ ਹੋਇਆ ਸੀਗਾ, ਅਸੀਂ ਉਹਨਾਂ ਨੂੰ ਲੱਭ ਲਿਆ ਅਤੇ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਆ। ਸੋ ਇਹਨਾਂ ਦਾ ਜਨਮ ਹੈਗਾ ਇੰਡੀਆ ਦਾ, ਪਲੇ ਹੈਗੇ ਇੰਗਲੈਂਡ ਦੇ ਵਿੱਚ, ਪਰ ਪੂਰੀ ਦੁਨੀਆ ਨੂੰ ਇਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ, ਆਪਣੇ ਸਟੇਜ ਪਰਫੋਰਮੈਂਸਿਸ ਦੇ ਨਾਲ ਇਹਨਾਂ ਨੇ ਪੂਰੀ ਦੁਨੀਆ ਨੂੰ ਮੋਹਿਆ ਸੀਗਾ। ਸੋ ਬਾਹਲੀ ਦੇਰ ਨਾ ਲਾਉਂਦੇ ਹੋਏ, ਆਈ ਐਮ ਵੈਰੀ ਐਕਸਾਈਟਿਡ ਟੂ ਹੈਵ ਹਰ ਹੇਅਰ ਵਿਥ ਮੀ, ਦ ਵਨ ਐਂਡ ਦੀ ਓਨਲੀ ਪਰਮਜੀਤ ਪੰਮੀ। ਸੋ ਆਓ ਰਲ ਕੇ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰੀਏ। ਪੰਮੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਚੈਨਲ ਪੰਜਾਬੀਜ਼ ਫਰੰਟਲਾਈਨ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਤੁਹਾਡੀ ਚੈਨਲ ਦਾ ਕਿ ਤੁਸੀਂ ਮੈਨੂੰ ਅੱਜ ਲਿਆਂਦਾ ਇੱਥੇ। ਆਈਡ ਲਾਈਕ ਟੂ ਸੇ ਹੈਲੋ ਟੂ ਐਵਰੀਬਡੀ। ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ ਸਾਰਿਆਂ ਨੂੰ। ਸਭ ਤੋਂ ਪਹਿਲਾਂ ਪੰਮੀ ਜੀ ਮੈਂ ਤੁਹਾਨੂੰ ਕਹਿਣਾ ਚਾਹੀਦੀ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਉਨੇ ਹੀ ਸੋਹਣੇ ਲੱਗਦੇ ਆ ਜਿੰਨੇ ਅਸੀਂ ਇੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆਏ ਹਾਂ। ਯੂ ਆਰ ਐਨ ਆਈਡਲ ਔਨ ਦ ਸਕਰੀਨ। ਹਮੇਸ਼ਾ ਜਦੋਂ ਅਸੀਂ ਤੁਹਾਡਾ ਜ਼ਿਕਰ ਕਰਦੇ ਹਾਂ, ਇੱਕ ਤੁਹਾਡੀ ਜਿਹੜੀ ਸਟੇਜ ਪ੍ਰੈਜ਼ੈਂਸ ਆ, ਤੁਹਾਡੀ ਜਿਹੜੀ ਐਨਰਜੀ ਆ, ਐਂਡ ਇੱਕ ਜਿਹੜੀ ਤੁਹਾਡੀ ਬਿਊਟੀ ਆ, ਯੂ ਸਟਿਲ ਲੁੱਕ ਜਸਟ ਐਜ਼ ਬਿਊਟੀਫੁਲ ਐਂਡ ਗਲੀਮਿੰਗ ਐਜ਼ ਯੂ ਐਵਰ ਡਿਡ। ਸੋ ਵੀਰ ਗਲੈਡ ਟੂ ਸੀ ਨਥਿੰਗਸ ਚੇਂਜਡ। ਥੈਂਕ ਯੂ ਸੁਖੀ, ਤੁਸੀਂ ਮੈਨੂੰ ਇੰਨੇ ਕੰਪਲੀਮੈਂਟ ਦੇ ਦਿੱਤੇ ਆ ਕਿ ਮੈਨੂੰ ਤਾਂ ਹੋਰ ਫੈਲਾ ਦਿੱਤਾ, ਮੈਂ ਬਹੁਤ ਹੋਰ ਵੀ ਉਹਦੇ ਨਾਲ। I'm glad. So I'm excited ਕਿ ਤੁਸੀਂ I think ਸਾਡੇ ਬਚਪਨ ਦਾ, ਖਾਸ ਕਰਕੇ ਜਿਹੜੇ ਮੇਰੇ ਏਜ ਗਰੁੱਪ ਦੇ ਆ, ਤੁਸੀਂ a very important part of the reason why we love ਪੰਜਾਬੀ ਮਿਊਜ਼ਿਕ, ਕਿਉਂ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ, ਅਸੀਂ ਜਦੋਂ ਅਨਾਊਂਸਮੈਂਟ ਕੀਤੀ ਆ, ਅਸੀਂ ਪੋਸਟਰਸ ਸੋਸ਼ਲ ਮੀਡੀਆ ਦੇ ਉੱਤੇ ਅੱਜ ਪੋਸਟ ਕੀਤੇ ਹੈ ਕਿ ਸਾਡੇ ਸ਼ੋਅ ਦੇ ਵਿੱਚ ਅੱਜ ਪਰਮਜੀਤ ਪੰਮੀ ਸਾਡੇ ਨਾਲ ਸ਼ਾਮਲ ਹੋਣ ਜਾ ਰਹੀ ਹੈ, ਅਤੇ ਬਹੁਤ ਸਾਰੇ ਮੈਸੇजेस ਆਏ, ਕਹਿੰਦੇ ਵਾਓ ਵੇਅਰ ਹੈਜ਼ ਸ਼ੀ ਬੀਨ, ਇਹ ਕਿੱਥੇ ਲੁਕੇ ਹੋਏ ਸੀ। ਸੋ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਇਹ ਜਵਾਬ ਦਿਓ ਸਾਡੇ ਵਿਊਅਰਸ ਨੂੰ, ਇੰਨੇ ਸਾਲ ਤੁਸੀਂ ਕਿੱਥੇ ਗੁੰਮ ਸੀ? ਸੁਖੀ, ਮੈਂ ਲੁਕੀ ਨਹੀਂ ਹੋਈ ਸੀ, ਮੈਂ ਇੱਥੇ ਹੀ ਹੈਗੀ ਹਾਂ। ਤਕਰੀਬਨ ਸਿੰਸ ਦੀ ਬਰਥ ਆਫ ਮਾਈ ਸਨ 1988 ਤੋਂ ਬਾਅਦ ਮੈਂ ਤਕਰੀਬਨ ਸੋਲੋ ਪ੍ਰੋਗਰਾਮਸ ਕਰਦੀ ਰਹੀ ਹਾਂ, ਔਰ ਮੈਂ ਫ੍ਰੀਲਾਂਸ ਵਰਕ ਕਰਦੀ ਰਹੀ ਹਾਂ। I've been working with all sorts of people, people from the music industry, people from the film industry, English ਦੀ industry, music ਦੀ, ਉਹਨਾਂ ਦੇ ਨਾਲ ਵੀ ਮੈਂ ਕੰਮ ਕੀਤਾ। ਪਰ ਲਾਸਟ ਅੱਜ ਤੋਂ
15 ਕੁ ਸਾਲ ਤੋਂ ਮੈਂ ਥੋੜਾ ਬਿਕੋਜ਼ ਆਈ ਥਿੰਕ ਮਿਊਜ਼ਿਕ ਦੀ ਕਾਫੀ ਚੇਂਜਸ ਆ ਗਈਆਂ ਪੰਜਾਬੀ ਮਿਊਜ਼ਿਕ ਦੀ, ਤੇ ਇਸ ਕਰਕੇ ਸ਼ੋਜ਼ ਵਗੈਰਾ ਜਿਹੜੇ ਹੈਗੇ ਆ ਲਾਈਵ ਸ਼ੋਜ਼ ਉਹ ਤਾਂ ਥੋੜ੍ਹੇ ਬੰਦ ਹੋ ਗਏ ਸੀ, ਡੀਜੇਜ਼ ਨੇ ਟੇਕ ਓਵਰ ਕਰ ਲਈ ਉਹ ਦ ਮਿਊਜ਼ਿਕ ਇੰਡਸਟਰੀ। ਸੋ ਇਹਦੇ ਨਾਲ ਵੀ ਕਾਫੀ ਫਰਕ ਪੈ ਗਿਆ, ਔਰ ਉਸ ਤਰ੍ਹਾਂ ਵੀ ਮੇਰੇ ਪੈਸ਼ਨ ਥੋੜ੍ਹੇ ਜਿਹੇ ਚੇਂਜ ਹੋ ਗਏ। So I went into more like health and yoga. So ਮੈਂ ਯੋਗਾ ਟੀਚਰ ਟ੍ਰੇਨਿੰਗ ਕਰਕੇ ਮੈਂ ਯੋਗਾ ਵੀ ਸਿਖਾਉਂਦੀ ਰਹੀ ਹਾਂ, ਤੇ ਮੈਂ ਮਾਈਂਡਫੁਲਨੈਸ ਐਂਡ ਯੋਗਾ ਐਂਡ ਹੈਲਥ ਐਂਡ ਬਿਊਟੀ ਥੈਰੇਪੀਜ਼ ਦੇ ਵਿੱਚ ਮੈਂ ਕਾਫੀ ਆਪਣੇ ਆਪ ਨੂੰ ਇੰਟੀਗ੍ਰੇਟ ਕੀਤਾ ਹੈਗਾ ਇਨ ਦ ਲਾਸਟ 20 years. Great. So ਪਹਿਲੀ ਗੱਲ ਤਾਂ belated happy International Women's Day. ਤੁਸੀਂ ਵੀ ਇੱਕ ਔਰਤਾਂ ਵਾਸਤੇ ਇੱਕ ਮਿਸਾਲ ਆ, ਖਾਸ ਕਰਕੇ ਜਿਨ੍ਹਾਂ ਨੇ ਆਪਣੀ ਕਰੀਅਰ ਮੇਰੇ ਖਿਆਲ ਤੁਸੀਂ 1979 ਦੇ ਵਿੱਚ ਕਹਿ ਸਕਦੇ ਹਾਂ ਜਦੋਂ ਤੁਸੀਂ ਪਹਿਲੀ ਆਪਣੀ ਸਟੇਜ ਪਰਫਾਰਮੈਂਸ ਕੀਤੀ ਆ, ਜਦੋਂ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਸੀਗੇ। ਸੋ ਸਾਨੂੰ ਥੋੜ੍ਹਾ ਜਿਹਾ ਇਹ ਦੱਸੋ, ਇੱਕ ਔਰਤ ਹੋਣ ਦੇ ਨਾਤੇ ਤੇ ਖਾਸ ਕਰਕੇ ਜੇ ਆਪਾਂ ਦੇਖੀਏ 40 ਸਾਲ ਪਹਿਲਾਂ ਇਸ ਇੰਡਸਟਰੀ ਦੇ ਵਿੱਚ ਪੈਰ ਪਾਉਣਾ, ਕਿੰਨੀਆਂ ਮੁਸ਼ਕਲਾਂ ਤੁਹਾਨੂੰ ਉਸ ਟਾਈਮ ਆਈਆਂ? ਬਹੁਤ ਮੁਸ਼ਕਲਾਂ ਸੀਗੀਆਂ ਸੁਖੀ। ਉਸ ਟਾਈਮ ਤੇ ਈਜ਼ੀ ਨਹੀਂ ਸੀ, ਹਰ ਇੱਕ ਕੋਈ ਗਾਉਣ ਵਾਲੀ ਕੁੜੀ ਨੂੰ ਤਾਂ ਗਲਤ ਹੀ ਸਮਝਦਾ ਹੁੰਦਾ ਸੀ, ਐਂਡ ਸਪੈਸ਼ਲੀ ਤੌਰ 'ਤੇ ਉਸ ਜ਼ਮਾਨੇ ਦੇ ਵਿੱਚ ਸਿੰਗਰਸ ਬਹੁਤ ਘੱਟ ਸੀ। ਨਰਿੰਦਰ ਬੀਬਾ ਜੀ, ਜਗਮੋਹਨ ਕੌਰ, ਆਪਣੇ ਪੰਜਾਬੀ ਸਿੰਗਰ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਉਹਨਾਂ ਤੋਂ ਬਾਅਦ ਤਕਰੀਬਨ ਨਰਿੰਦਰ ਬੀਬਾ ਜੀ ਤਾਂ ਇੱਥੇ ਸਾਊਥ ਵੱਲ ਵੀ ਆਉਂਦੇ ਰਹੇ ਆ, ਅਤੇ ਉਹ ਮੈਨੂੰ ਤਕਰੀਬਨ ਉਹਨਾਂ ਨੇ ਪਹਿਲਾਂ ਲੈਸਨ ਵੀ ਦਿੱਤੇ ਆ। ਅਤੇ ਉਹਨਾਂ ਦੇ ਮੈਨੂੰ ਆਈ ਵਾਜ਼ ਵੈਰੀ ਫੌਂਡ ਆਫ ਪੰਜਾਬੀ ਸਿੰਗਿੰਗ, ਕਿਉਂਕਿ ਮੇਰੇ ਜਿਹੜੇ ਨਾਨਕੇ ਆ ਉਹ ਉੱਧਰ ਹੈਗੇ ਆ ਮਾਲਵੇ ਦੇ ਵਿੱਚ, ਗੁੱਜਰਵਾਲ ਆ ਮੇਰੇ ਨਾਨਕੇ, ਗੁੱਜਰਵਾਲ ਦੇ ਜਗਮੋਹਨ ਕੌਰ ਦੇ ਨਾਨਕੇ ਵੀ ਗੁੱਜਰਵਾਲ ਹੀ ਆ, ਉਸੇ ਪਿੰਡ ਦੇ ਵਿੱਚ। ਸੋ I was a fan of ਜਗਮੋਹਨ ਕੌਰ, ਐਂਡ ਵੈਸੇ ਤਾਂ ਮੈਂ ਇੱਥੇ ਪੜ੍ਹੀ ਹਾਂ ਇੰਗਲੈਂਡ ਦੇ ਵਿੱਚ, ਮੈਂ 5-6 ਸਾਲ ਦੀ ਸੀ ਜਦੋਂ ਮੈਂ ਆਈ ਹੈਗੀ ਹਾਂ ਇੰਗਲੈਂਡ, ਪਰ ਮੈਨੂੰ ਸ਼ੌਕ ਹੋਇਆ ਪੰਜਾਬੀ ਸਿੰਗਿੰਗ ਦਾ, ਐਂਡ ਆਈ ਵਾਜ਼ ਅ ਬਾਥਰੂਮ ਸਿੰਗਰ। ਅਤੇ ਹੌਲੀ ਹੌਲੀ ਮੈਨੂੰ ਇੱਦਾਂ ਦੇ ਚਾਂਸਿਸ ਮਿਲੇ ਅਤੇ ਮੈਂ ਸ਼ੁਰੂ ਕਰ ਲਿਆ ਗਾਉਣਾ। ਅਤੇ ਮੇਰੇ ਮੰਮੀ ਪਹਿਲਾਂ ਪਸੰਦ ਨਹੀਂ ਸੀ ਕਰਦੇ, ਮੇਰੇ ਮੰਮੀ ਕਹਿੰਦੇ ਸੀ ਜੱਟਾਂ ਦੀਆਂ ਕੁੜੀਆਂ ਨਹੀਂ ਗਾਉਂਦੀਆਂ ਹੁੰਦੀਆਂ, ਅਤੇ ਮੈਂ ਕਿਹਾ ਜਗਮੋਹਨ ਕੌਰ ਜੱਟਾਂ ਦੀ ਕੁੜੀ ਮੰਮੀ। ਹੌਲੀ ਹੌਲੀ ਮੈਂ ਲੱਗੀ, ਬਟ when I started first, mom didn't speak to me for 6 months. ਓ ਵਾਓ, ਅੱਛਾ, ਤੁਹਾਡੀ ਮੰਮੀ ਨੇ ਤੁਹਾਡੇ ਨਾਲ ਗੱਲ ਕਰਨੀ ਛੱਡ ਦਿੱਤੀ ਕਰਕੇ ਤੁਸੀਂ ਗਾਉਣ ਲੱਗ ਪਏ? Yes, my mom thought it was a bit of a disease in the family ਕਿ ਕੁੜੀਆਂ ਨਹੀਂ ਗਾਉਂਦੀਆਂ ਹੁੰਦੀਆਂ, ਪਰ ਮੇਰੇ ਹਸਬੈਂਡ ਨਹੀਂ ਸੀ ਮਾਈਂਡ ਕਰਦੇ, so I had my husband and ਮੈਂ ਸ਼ੁਰੂ ਕਰ ਲਿਆ ਗਾਣਾ। ਐਂਡ ਦੈਨ ਹੌਲੀ ਹੌਲੀ ਬਸ ਉਸ ਟਾਈਮ 'ਤੇ ਕੁਛ ਲੱਕ ਦੀ ਗੱਲ ਹੁੰਦੀ ਆ, ਫੋਲੋ ਕਰਦੀ ਗਈ, ਸਿੱਧੀ ਤੁਰੀ ਗਈ ਜਿੱਧਰ ਨੂੰ ਕਿਸੇ ਨੇ ਕੋਈ ਟੀਚ ਕੀਤੇ 1-2 ਗੀਤ। ਮੈਨੂੰ ਕੋਈ ਗੀਤ ਨਹੀਂ ਸੀ ਆਉਂਦਾ ਪਹਿਲਾਂ, ਜਦੋਂ ਮੈਂ ਪਹਿਲੀ ਵਾਰੀ ਗੀਤ ਗਾਇਆ ਮੈਨੂੰ ਇੱਕੋ ਹੀ ਗੀਤ ਆਉਂਦਾ ਸੀਗਾ। ਉਹ ਕਿਹੜਾ ਸੀਗਾ? ਗੀਤ ਦੇ ਬੋਲ ਨਹੀਂ ਮੇਰੇ ਲੁਸ ਲੁਸ ਗਾਣ ਜੀ, ਉਹਦੇ 2 ਬੋਲ ਹੋਈ ਜਾਣ ਅੰਗਨੀ ਮੇਰੀ ਕੁੜਤੀ ਹੋ ਗਈ ਤੰਗ ਜਵਾਨੀ ਜ਼ੋਰਾਂ ਦੀ, ਵੇ ਜਵਾਨੀ ਜ਼ੋਰਾਂ ਦੀ, ਚੰਨ ਵੇ ਜਵਾਨੀ ਜ਼ੋਰਾਂ ਦੀ। ਇਹੀ ਗੀਤ ਆਉਂਦਾ ਸੀ ਮੈਨੂੰ ਇੱਕ ਪਹਿਲਾਂ। ਵੈਰੀ ਨਾਈਸ। ਅੱਛਾ, ਸੋ ਇਹ ਤੁਸੀਂ ਬਾਥਰੂਮ ਦੇ ਵਿੱਚ ਅਕਸਰ ਗਾਉਂਦੇ ਹੁੰਦੇ ਸੀਗੇ, ਅਤੇ ਉੱਥੇ ਤੁਸੀਂ ਡਿਸਕਵਰ ਕਰ ਲਿਆ ਵੀ ਸ਼ਾਇਦ ਤੁਹਾਡੇ ਵਿੱਚ ਇਹ ਜਿਹੜਾ ਗਾਉਣ ਦਾ ਜਿਹੜਾ ਕੀੜਾ ਆ ਉੱਥੇ ਸ਼ਾਇਦ ਉੱਠ ਗਿਆ ਸੀਗਾ? ਮੈਂ ਉੱਥੋਂ ਹੀ ਸ਼ੁਰੂ ਕੀਤਾ, ਕਿਉਂਕਿ ਮੈਨੂੰ ਇੱਕੋ ਹੀ ਗੀਤ ਆਉਂਦਾ ਸੀ। ਅਚਾਨਕ ਹੀ ਅਸੀਂ ਇੱਕ ਵੈਡਿੰਗ 'ਤੇ ਗਏ, ਅਤੇ ਉੱਥੇ ਗਰੁੱਪ ਗਾ ਰਿਹਾ ਸੀਗਾ, ਮੈਂ ਅਤੇ ਮੇਰੇ ਹਸਬੈਂਡ ਗਏ, ਅਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਤੁਸੀਂ ਇਹਨਾਂ ਨੂੰ ਪੁੱਛੋ ਕਿ ਮੈਨੂੰ ਇੱਕ ਗੀਤ ਗਾ ਲੈਣ ਦੇਣ ਸਟੇਜ 'ਤੇ। ਅੱਛਾ। ਉਹਨਾਂ ਦਾ ਨਾਂ ਸੀ ਅੰਦਾਜ਼ ਗਰੁੱਪ, ਅਤੇ ਉਹਨਾਂ ਨੇ ਫਿਰ ਮੈਨੂੰ ਇੱਕ ਗੀਤ ਗਾ ਲੈਣ ਦਿੱਤਾ। ਜਦੋਂ ਮੈਂ ਇੱਕ ਗਾਇਆ ਤਾਂ ਲੋਕ ਕਹਿਣ ਇੱਕ ਹੋਰ ਗਾ, ਮੈਨੂੰ ਹੋਰ ਕੋਈ ਗੀਤ ਨਾ ਆਵੇ। ਸੋ ਉਸ ਦਿਨ ਤੋਂ ਲੱਗ ਕੇ ਫਿਰ ਦੈਨ ਆਈ ਸਟਾਰਟਡ ਰਿਹਰਸਿੰਗ ਐਂਡ ਆਈ ਜੁਆਇਨਡ ਵੇਰੀਅਸ ਬੈਂਡਸ। ਉਸ ਤੋਂ ਬਾਅਦ ਮੇਰੇ ਚਾਂਸ ਹੀ ਲੱਗੇ ਗਾਉਣ ਦੇ। ਰਾਈਟ। ਸੋ ਉਹ ਟਾਈਮਾਂ ਦੇ ਵਿੱਚ ਜੇ ਆਪਾਂ ਦੇਖੀਏ ਸੋਸ਼ਲ ਮੀਡੀਆ ਘੱਟ ਹੁੰਦਾ ਸੀਗਾ, ਕੋਈ ਇਹੋ ਜਿਹਾ ਕਨੈਕਸ਼ਨਸ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਕੌਂਟਰੈਕਟਸ ਹੁੰਦੇ ਸੀ ਜਾਂ ਕੋਈ ਏਜੰਸੀਜ਼ ਹੁੰਦੀਆਂ ਸੀ ਜਿੱਥੇ ਤੁਹਾਨੂੰ ਇਹ ਬੈਂਡਸ ਦੇ ਨਾਲ ਜੋੜਦੇ ਸੀਗੇ, ਜਾਂ ਮਿਊਜ਼ਿਕ ਵਾਲਿਆਂ ਨਾਲ, ਜਾਂ ਸਿੰਗਰਸ ਔਰ ਵਿਦ ਐਨੀ ਲਿਰਿਸਿਸਟ। ਸੋ ਤੁਸੀਂ ਇਹ ਕਨੈਕਸ਼ਨ ਸਾਰੀਆਂ ਕਿਵੇਂ ਬਣਾਈਆਂ ਉਹ ਦਿਨਾਂ ਦੇ ਵਿੱਚ?
ਉਹ ਕਨੈਕਸ਼ਨ ਬਸ ਇੱਕ ਪਹਿਲਾ ਕਨੈਕਸ਼ਨ ਮੇਰਾ ਬਣ ਗਿਆ ਐਂਡ ਜਦੋਂ ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਗਾਉਣ ਚੱਲਿਆ ਕਰੋ ਉਹਨਾਂ ਨੇ ਮੈਨੂੰ ਥੋੜ੍ਹੀ ਜਿਹੀ ਰਿਹਰਸਲ ਕਰਾਉਣ ਲੱਗ ਪਏ ਬੈਠ ਕੇ ਘਰ ਉਹਨਾਂ ਨੇ ਆ ਜਾਣਾ ਜਾਂ ਅਸੀਂ ਕਿਤੇ ਹੋਰ ਹਾਲ ਦੇ ਵਿੱਚ ਬੈਠ ਕੇ ਰਿਹਰਸਲਸ ਕਰ ਲੈਣੇ ਗੀਤਾਂ ਦੇ ਨਵੇਂ ਤੋਂ ਨਵੇਂ ਗੀਤ ਪੁਰਾਣੇ ਜਿਹੜੇ ਗੀਤ ਸੀ ਜਿੱਦਾਂ ਸੁਰਿੰਦਰ ਕੌਰ ਦੇ ਪ੍ਰਕਾਸ਼ ਕੌਰ ਦੇ ਜਗਮੋਹਨ ਕੌਰ ਦੇ ਉਹ ਗੀਤਾਂ ਨੂੰ ਲੈ ਕੇ ਮੈਂ ਰਿਹਰਸਲ ਕਰਕੇ ਤਾਂ ਉਹੀ ਮੈਂ ਜਾ ਕੇ ਸਟੇਜ 'ਤੇ ਗਾ ਦੇਣੇ ਅਤੇ ਫਿਰ ਹੌਲੀ ਹੌਲੀ ਲੋਕ ਪਸੰਦ ਕਰਨ ਲੱਗ ਪਏ ਅਤੇ ਉਸ ਤੋਂ ਬਾਅਦ ਮੈਨੂੰ ਹੋਰ ਆਫਰਸ ਆਉਣ ਲੱਗ ਪਈਆਂ ਬੈਂਡਸ ਦੀਆਂ ਕਿ ਤੂੰ ਸਾਡੇ ਨਾਲ ਆ ਕੇ ਗਾ ਲਾ ਤੂੰ ਸਾਡੇ ਨਾਲ ਗਾ ਲਾ ਫਿਰ ਮੈਂ ਇੱਕ ਦੋ ਬੈਂਡਸ ਚੇਂਜ ਕੀਤੇ ਇੱਕ ਹੋਰ ਹੈਗਾ ਸੀ ਸਿੰਗਰ ਮਸਤਾਨ ਸਿੰਘ ਹੀਰਾ ਫਿਰ ਉਹਦੇ ਨਾਲ ਮੈਂ ਥੋੜ੍ਹੇ ਜਿਹੇ ਸ਼ੋਜ਼ ਕੀਤੇ ਉਹਨਾਂ ਨੇ ਵੀ ਮੈਨੂੰ ਕਾਫੀ ਟੀਚ ਕੀਤਾ ਉਸ ਤੋਂ ਬਾਅਦ ਫਿਰ ਆਈ ਜੁਆਇਨਡ ਸਾਥੀ ਗਰੁੱਪ ਸਾਥੀ ਭੰਗੜਾ ਗਰੁੱਪ ਹੁੰਦਾ ਸੀ ਬਰਮਿੰਘਮ ਦਾ ਅਤੇ ਉਹਨਾਂ ਦੇ ਸਿੰਗਿੰਗ ਬੈਂਡ ਹੁੰਦਾ ਸੀ ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਸਾਡੇ ਨਾਲ ਆ ਜਾ ਅਤੇ ਫਿਰ ਮੈਂ ਉਹਨਾਂ ਦੇ ਨਾਲ ਗਾਉਣ ਲੱਗ ਪਈ ਫਿਰ ਅਸੀਂ ਹੋਰ ਰਿਹਰਸਲ ਕੀਤੀ ਵਧੀਆ ਵਧੀਆ ਮਿਊਜ਼ੀਸ਼ੀਅਨਸ ਮਿਲੇ ਉਹ ਬਰਮਿੰਘਮ ਦੇ ਸੀ ਐਂਡ ਫਿਰ ਮੈਂ ਉਹਨਾਂ ਦੇ ਨਾਲ ਪ੍ਰੋਗਰਾਮਸ ਕਰਨ ਲੱਗ ਪਈ ਹੌਲੀ ਹੌਲੀ ਲੋਕ ਜਾਣਨ ਲੱਗ ਪਏ ਐਂਡ ਮਿਊਜ਼ਿਕ ਬਣਾਉਣ ਲੱਗ ਪਏ ਫਿਰ ਰਾਈਟਰਸ ਗੀਤ ਦੇਣ ਲੱਗ ਪਏ ਜੰਡੂ ਲਿੱਤਰਾਂ ਵਾਲੇ ਉਹਨਾਂ ਨੇ ਮੈਨੂੰ ਮੀਟ ਕੀਤਾ ਗੀਤ ਗਾਏ ਗੀਤ ਦਿੱਤੇ ਟਿਊਨਸ ਬਣਾਈਆਂ ਸੋ ਸਭ ਤੋਂ ਮੇਰੀ ਜਿਹੜੀ ਐਲਬਮ ਸੀ ਜੱਟੀ ਬੁਲਬੁਲ ਵਰਗੀ ਉਹ ਕੀਤੀ ਸੀਗੀ ਸਾਥੀ ਗਰੁੱਪ ਦਾ ਇੱਕ ਮੈਂਬਰ ਹੁੰਦਾ ਸੀ ਲਖਵੀਰ ਲੱਖੀ ਉਹਦੀ ਡੈਥ ਹੋ ਗਈ ਕਾਫੀ ਸਾਲ ਹੋ ਗਿਆ ਹੀ ਪਾਸਡ ਅਵੇ ਐਂਡ ਹੀ ਵਾਜ਼ ਦ ਵਨ ਹੂ ਕੰਪੋਜ਼ਡ ਆਲ ਦ ਸੌਂਗਸ ਔਨ ਜੱਟੀ ਬੁਲਬੁਲ ਵਰਗੀ ਮੈਨੂੰ ਬਹੁਤ ਸ਼ੌਕ ਸੀ ਅਤੇ ਫਿਰ ਕੋਂਟੈਕਟ ਕੀਤਾ ਕਿ ਕਿਹਨਾਂ ਤੋਂ ਮਿਊਜ਼ਿਕ ਕਰਾਈਏ ਫਿਰ ਚਰਨਜੀਤ ਅਹੂਜਾ ਇੰਗਲੈਂਡ ਨੂੰ ਆਏ ਸੀ ਉਸ ਟਾਈਮ 'ਤੇ 1982 ਐਂਡ ਆਈ decided to record the album and what a big name that was to have that. Yeah it was a bit of hard work at the time but I had so much passion I wanted to do it ਸੋ ਜਿੱਦਾਂ ਜਿੱਦਾਂ ਤੁਹਾਡੀ ਇਹ ਪੈਸ਼ਨ ਵਧੀ ਗਈ ਤੁਹਾਡੇ ਲਿੰਕਸ ਬਣੀ ਗਏ ਤੁਸੀਂ ਗੀਤ ਕਰਦੇ ਰਹੇ ਤੁਹਾਡੀ ਐਲਬਮਸ ਫਿਰ ਤੁਹਾਡੀ ਫੈਮਿਲੀ ਦਾ ਨਜ਼ਰੀਆ ਕਿਵੇਂ ਵਧਿਆ ਕਿ ਤੁਹਾਡੀ ਜਿਹੜੀ ਮਮ ਹੈ ਤੁਸੀਂ ਕਹਿੰਦੇ ਆ ਕਿ ਉਹ ਪਹਿਲੇ ਇਹ ਤੁਹਾਡੀ ਕਰੀਅਰ ਦੇ ਨਾਲੋਂ ਖੁਸ਼ ਨਹੀਂ ਸੀਗੇ ਜਿੱਦਾਂ ਤੁਸੀਂ ਕਹਿੰਦੇ ਸੀ ਉਹ ਕਹਿੰਦੇ ਵੀ ਇਹ ਜਿਹੜੀਆਂ ਜੱਟੀਆਂ ਆ ਉਹ ਗਾਉਂਦੀਆਂ ਨਹੀਂ ਗੀਆਂ ਕਿ ਉਹਨਾਂ ਦਾ ਨਜ਼ਰੀਆ ਕੁਛ ਬਦਲਿਆ ਜਦੋਂ ਉਹਨਾਂ ਨੇ ਵੇਖਿਆ ਵੀ ਤੁਹਾਨੂੰ ਵਧੀਆ ਜਿਹੜਾ ਹੰਗਾਰਾ ਮਿਲਦਾ ਆ ਫਰਮ the public people are loving you and your music ਮਹੀਨੇ ਮੇਰੀ ਮੰਮੀ ਨਹੀਂ ਸੀ ਬੋਲੇ ਮੇਰੇ ਨਾਲ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੇਰੀ ਮਮ ਦੇ ਫਰੈਂਡ ਸੀ ਜਿਨ੍ਹਾਂ ਨੇ ਮੈਨੂੰ ਗਾਉਂਦੀ ਨੂੰ ਦੇਖਿਆ ਅਤੇ ਮੇਰੀ ਮੰਮੀ ਨੇ ਦੱਸਿਆ ਕਿ ਜਸਵੰਤ ਤੇਰੀ ਤਾਂ ਕੁੜੀ ਗਾਉਂਦੀ ਬਹੁਤ ਸੋਹਣਾ ਆ ਤੂੰ ਸੁਣਦੀ ਨਹੀਂ ਹੈਗੀ ਆਪਣੀ ਕੁੜੀ ਨੂੰ ਅਤੇ ਫਿਰ ਮੇਰੀਆਂ ਮੰਮੀ ਦੀਆਂ ਫਰੈਂਡਸ ਨੇ ਜਦੋਂ ਦੱਸਿਆ ਫਿਰ ਮੇਰੀ ਮੰਮੀ ਵੀ ਇੱਕ ਦੋ ਵਾਰੀ ਮੇਰੇ ਸ਼ੋਜ਼ 'ਤੇ ਆਏ ਐਂਡ ਦੈਨ she was okay after that so she accepted it ਸੋ when you first started ਤੁਸੀਂ ਕੀ ਕਹਿ ਸਕਦੇ ਵੀ ਜਿਹੜੀ ਤੁਹਾਡੀ ਬ੍ਰੇਕ ਆ ਉਸ ਜਿਹੜੇ ਤੁਸੀਂ ਪਾਰਟੀ 'ਤੇ ਗਏ ਸੀ ਜਦੋਂ ਤੁਸੀਂ ਉਸ ਗਰੁੱਪ ਦੇ ਨਾਲ ਗਾਇਆ ਉੱਥੋਂ ਹੋਈ ਆ ਜਾਂ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਫੇਮ ਆ ਉਹ ਹੋਰ ਕੋਈ ਗੀਤ ਦੇ ਨਾਲ ਜਾਂ ਹੋਰ ਕੋਈ ਬੈਂਡ ਨਾਲ what was your first break ਨਹੀਂ ਮੇਰੀ ਬ੍ਰੇਕ ਨਹੀਂ ਸੀ ਉਹ ਮੇਰਾ ਸੀਗਾ ਸਿਰਫ ਪੈਸ਼ਨ ਉਸ ਟਾਈਮ 'ਤੇ ਮੈਂ ਰਿਹਰਸਲ ਕਰਨ ਲੱਗੀ ਹੌਲੀ ਹੌਲੀ 1-2 ਸਾਲ ਮੈਂ ਰਿਹਰਸਲ ਕਰਦੀ ਰਹੀ ਮੈਂ ਗਾਏ ਹੋਏ ਗੀਤ ਗਾਉਂਦੀ ਸੀ ਪਹਿਲਾਂ ਬਟ ਦੈਨ ਇਨ 1982 79 ਤੋਂ 82 ਤੱਕ ਲਾ ਕੇ 3 ਸਾਲ ਤਾਂ ਮੈਂ ਇੱਦਾਂ ਰਿਹਰਸਲ ਕਰਦੀ ਰਹੀ ਪ੍ਰੋਗਰਾਮਸ ਕਰਦੀ ਰਹੀ people got to know me because there weren't many female singers at that time and I was not short of wedding shows and programs ਮੈਂ ਹੌਲੀ ਹੌਲੀ ਜਗਦੀ ਇੱਦਾਂ 2-3 ਗੀਤ ਗਾ ਦੇਣੇ 4 ਗਾ ਦੇਣੇ ਫਿਰ ਹੌਲੀ ਹੌਲੀ ਮੇਰੀ ਆਪਣੀ ਐਲਬਮ ਜਦੋਂ ਆਈ ਆਈ ਹਿੱਟ ਫੇਮ ਬਿਕਾਜ਼ ਜੱਟੀ ਬੁਲਬੁਲ ਵਰਗੀ ਗੀਤ ਜਿਹੜਾ ਉਹ ਬਹੁਤ ਚੱਲਿਆ ਤੁਹਾਡੀ ਐਂਥਮ and I remember the first day it came out I actually produced it myself at that time that particular album was my own doing and I released it through a shop in Southall ABC Music ਤੇ ਉਹਨਾਂ ਨੇ ਡਿਸਟਰੀਬਿਊਟ ਕੀਤੀ ਤੇ ਇੱਕ ਇੱਥੇ ਵੁਲਵਰਥ ਸਾਊਥ ਹਾਲ ਦੇ ਵੱਡਾ ਸਟੋਰ ਹੁੰਦਾ ਸੀ ਬਰੋਡਵੇ ਤੇ ਉੱਥੇ ਇੱਕ ਬੰਦਾ ਉਹਨੂੰ ਸੈੱਲ ਕਰਦਾ ਹੁੰਦਾ ਸੀ ਕਸੈਟਸ ਹੀ ਸੈੱਲ ਕਰਦਾ ਹੁੰਦਾ ਸੀ ਮਿਸਟਰ ਸੋਹੀ ਐਂਡ ਉਹਨਾਂ ਨੇ ਉਹ ਮੇਰੀ ਕਸੈਟ ਲਾਈ ਤੇ ਮੈਂ ਵੀ ਬਰੋਡਵੇ 'ਤੇ ਗਈ ਦੇਖਣ ਕਿ ਮੇਰੀ ਕਸੈਟ ਨਵੀਂ ਆਈ ਅੱਜ ਤੇ ਜਦ ਮੈਂ ਉੱਥੇ ਖੜੀ ਹੋਈ ਸਟਾਲ 'ਤੇ ਤਾਂ ਕਾਫੀ ਲੋਕ ਉੱਥੇ ਘੇਰਾ ਪਾਇਆ ਐਂਡ ਐਵਰੀਬਡੀ ਥੋਟ ਕਿ ਜਗਮੋਹਨ ਕੌਰ ਆ sort of my similarities to singing were very much like Jagmohan Kaur. Right.
ਕੋਈ ਗੀਤ ਹੈਗਾ ਜਗਮੋਹਨ ਕੌਰ ਦਾ ਜਿਹੜਾ ਤੁਹਾਡਾ ਇੱਕ ਕੋਈ ਫੇਵਰਟ ਹੋਵੇ ਜਿਹੜਾ ਤੁਸੀਂ ਆਪਣੇ ਪ੍ਰੋਗਰਾਮਸ ਦੇ ਵਿੱਚ ਕਾਫੀ ਗਾਉਂਦੇ ਹੁੰਦੇ ਸੀਗੇ, ਜੇ ਸਾਡੇ ਨਾਲ ਸ਼ੇਅਰ ਕਰੋ ਤਾਂ? ਮੈਂ ਬਹੁਤ ਗੀਤ ਗਾਉਂਦੀ ਹੁੰਦੀ ਸੀ। ਇੱਕ ਤਾਂ ਹੁੰਦਾ ਸੀ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ, ਉਡਾਈ ਜਾ ਉਡਾਈ ਜਾ ਉਡਾਈ ਜਾ, ਉਹ ਗੀਤ ਹੁੰਦਾ ਸੀ। ਫਿਰ ਇੱਕ ਉਹ ਹੁੰਦਾ ਸੀ ਨੀ ਮੈਂ ਕਮਲੀਆਂ, ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ, ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਨਾਲੇ ਦਸ ਖਾਂ ਉੱਥੋਂ ਦੀਆਂ ਇੱਟਾਂ, ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ, ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ, ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ, ਵੀ ਜ਼ਰਾ ਸੋਚ ਕੇ ਦੇਵੀਂ ਜਵਾਬ ਮੈਨੂੰ, ਉੱਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ। ਇਹ ਜਗਮੋਹਨ ਕੌਰ ਦੇ ਸ਼ੇਅਰ ਹੁੰਦੇ ਸੀ ਗੀਤ ਗਾਉਣ ਤੋਂ ਪਹਿਲਾਂ। ਸੋ ਇਹ ਕਾਫੀ ਜਿਹੜੇ ਪੁਰਾਣੇ ਗੀਤ ਆ, ਤੁਸੀਂ ਇਹਨਾਂ ਨਾਲ ਜੁੜੇ ਹੋਏ ਸੀਗੇ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ, ਤੁਸੀਂ ਸਿਰਫ 5 ਜਾਂ 6 ਸਾਲਾਂ ਦੇ ਸੀਗੇ ਜਦੋਂ ਤੁਸੀਂ ਇੰਗਲੈਂਡ ਦੇ ਵਿੱਚ ਆਏ ਸੀ। ਸੋ ਕਾਫੀ ਤੁਸੀਂ ਯੰਗ ਸੀ, ਤੁਸੀਂ ਸਕੂਲੇ ਵੀ ਗਏ ਆ, ਪਰ ਤੁਸੀਂ ਜਿਹੜੀ ਤੁਹਾਡੀ ਪੰਜਾਬੀ ਆ ਇੱਦਾਂ ਆ ਵੀ ਇਟਸ ਰੀਅਲੀ ਫਲੂਐਂਟ, ਤੁਸੀਂ ਆਪਣੀ ਰੂਟਸ ਨਾਲ ਕਾਫੀ ਜੁੜੇ ਹੋਏ ਆ। ਅਤੇ ਜਿਹੜੇ ਪੁਰਾਣੇ ਗਾਇਕ ਆ ਰਹੇ ਆ, ਤੁਸੀਂ ਉਹਨਾਂ ਨਾਲ, ਕਲਾਕਾਰਾਂ ਦੇ ਨਾਲ ਜੁੜੇ, ਉਹਨਾਂ ਦੇ ਗੀਤਾਂ ਦੇ ਨਾਲ। ਸੋ ਤੁਸੀਂ ਇਹ ਦੋਨੇ ਜਿਹੜੇ ਕਲਚਰਸ ਆ, ਤੁਸੀਂ ਓਬਵੀਅਸਲੀ ਆਏ ਆ, ਤੁਸੀਂ ਇੱਕ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਹੈ ਆਪਣੀ ਲਾਈਫ ਬਾਹਰਲੇ ਮੁਲਕ ਦੇ ਵਿੱਚ, ਅਤੇ ਤੁਸੀਂ ਫਿਰ ਆਪਣੇ ਪਿਛੋਕੜ ਨਾਲ ਵੀ ਕਿਵੇਂ ਜੁੜੇ ਸੀਗੇ, ਖਾਸ ਕਰਕੇ ਵਿਦ ਥੀਸ ਓਲਡ ਸੌਂਗਸ? From India, are you saying ਵੀ ਮੈਂ ਇੰਡੀਆ ਦੇ ਵਿੱਚ? ਬਿਕੋਜ਼ ਮੈਂ ਇੱਥੇ ਪਹਿਲਾਂ ਜਦੋਂ ਮੈਂ ਆਈ ਹਾਂ, ਮੈਂ ਬਹੁਤ ਛੋਟੀ ਸੀ, ਮੈਨੂੰ ਪੰਜਾਬੀ ਵੀ ਭੁੱਲ ਗਈ ਸੀ, ਕਿਉਂਕਿ 1-2 ਸਾਲ ਦੇ ਵਿੱਚ ਪੰਜਾਬੀ ਭੁੱਲ ਜਾਂਦੀ ਹੈ। ਫਿਰ ਮੈਂ ਗੁਰਦੁਆਰਾ ਹੁੰਦਾ ਸੀ ਸਾਊਥ ਹਾਲ ਦੇ ਵਿੱਚ, ਉੱਥੋਂ ਫਿਰ ਮੈਂ ਪੰਜਾਬੀ ਮੁੜ ਕੇ ਸਿੱਖਣ ਲੱਗੀ, ਊੜਾ ਐੜਾ ਸਿੱਖੀ, ਮੈਂ ਲਿਖਣਾ ਪੜ੍ਹਨਾ ਸਿੱਖਿਆ, ਮੈਂ ਬੁੱਕਸ ਵੀ ਪੜ੍ਹਦੀ ਰਹੀ ਪੰਜਾਬੀ ਦੀਆਂ। ਮੈਂ ਆਪਣੀਆਂ ਨਾਨਕ ਸਿੰਘ ਦੀਆਂ ਨਾਵਲਸ ਪੜ੍ਹੀਆਂ, ਬਿਕੋਜ਼ ਮੈਨੂੰ ਸ਼ੌਕ ਬਹੁਤ ਸੀ। ਅਤੇ ਫਿਰ ਮੈਂ ਪੰਜਾਬੀ ਸਿੱਖਦੀ ਅਤੇ ਮੈਂ ਪੰਜਾਬੀ ਜਿਹੜੇ ਆਰਟਿਸਟ ਸੀ, ਮੇਰੇ ਨਾਨਕੇ, ਮੇਰੇ ਮਾਮਾ ਜੀ ਬਹੁਤ ਫੌਂਡ ਹੁੰਦੇ ਸੀਗੇ ਨਰਿੰਦਰ ਬੀਬਾ ਜੀ ਦੇ। ਅਤੇ ਜਦੋਂ ਮੈਂ ਇੰਡੀਆ ਜਾਣਾ, ਹੌਲੀਡੇ ਜਾਣਾ, ਅਤੇ ਉਹ ਗੀਤ ਬੜੇ ਸੁਣਦੇ ਹੁੰਦੇ ਸੀ। ਹੀ ਲਵਡ ਦ ਸ਼ੋਜ਼ ਆਫ ਨਰਿੰਦਰ ਬੀਬਾ, ਅਤੇ ਮੈਨੂੰ ਵੀ ਲੈ ਜਾਣਾ ਕਦੇ ਕਦੇ ਸ਼ੋਜ਼ ਦੇਖਣ। ਅਤੇ ਫਿਰ ਨਰਿੰਦਰ ਬੀਬਾ, ਉਸ ਤੋਂ ਬਾਅਦ ਜਦੋਂ when I started singing in the late 70s, she came to England and she stayed at the house of one of these sort of comedians that I knew, ਸੋਹਣ ਸਿੰਘ ਢੋਲਾ। ਅਤੇ ਉਹ ਮੈਨੂੰ ਕਾਫੀ ਗੀਤਾਂ ਦੇ ਉਹ ਵੀ ਨਾਲ ਕਾਫੀ ਜੋੜਦੇ ਹੁੰਦੇ ਸੀ। ਸੋਹਣ ਸਿੰਘ ਢੋਲਾ ਹੀ lived in Hayes, not far from me, so we'd get together, rehearse together। ਉਹਨਾਂ ਨੇ ਕਹਿਣਾ, ਉਹਨਾਂ ਨੇ ਮੈਨੂੰ ਗੀਤ ਸਿਖਾਉਣ 'ਤੇ ਬਹੁਤ ਜ਼ੋਰ ਲਾਉਣਾ, ਅਤੇ ਅਸੀਂ ਬੈਠੇ ਬਸ ਰਿਹਰਸਲ ਕਰੀ ਜਾਣਾ। ਅਤੇ ਫਿਰ ਨਰਿੰਦਰ ਬੀਬਾ ਜੀ ਜਦੋਂ ਆਏ, ਉਹਨਾਂ ਨੇ ਮੈਨੂੰ ਹੇਕ ਲਾਉਣੀ ਸਿਖਾਈ। ਮੈਨੂੰ ਹੇਕ ਨਹੀਂ ਸੀ ਲਾਉਣੀ ਆਉਂਦੀ ਹੁੰਦੀ। ਅੱਛਾ। ਅਤੇ ਮੈਂ ਬੈਠ ਕੇ ਮੈਂ ਕਹਿਣਾ ਨਰਿੰਦਰ ਬੀਬਾ ਜੀ ਨੂੰ, ਪਲੀਜ਼ ਮੈਨੂੰ ਹੇਕ ਸਿਖਾ ਦਿਓ। ਉਹਨਾਂ ਨੇ ਇੱਦਾਂ, ਜਿੱਦਾਂ ਉਹਨਾਂ ਦੇ ਗੀਤ ਬੜੇ ਵਧੀਆ ਵਧੀਆ ਹੁੰਦੇ ਸੀ। ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਹੜ ਆਵੇ ਸਾਡੀ ਹੋਰ ਨਾ ਤੂੰ ਜਿੰਦ ਤੜਪਾ। ਇਹ ਨਹੀਂ ਸੀ ਮੈਨੂੰ ਆਉਂਦਾ ਹੁੰਦਾ। And she'd sit with me for hours teaching me, and she had such patience. She was a wonderful, wonderful lady. ਵਾਓ। ਸੋ ਇੱਕ ਕਿਸਮ ਦੇ ਉਹ ਤੁਹਾਡੇ ਉਸਤਾਦ ਸੀਗੇ, ਕਿ ਤੁਸੀਂ ਜਿਹੜੀ ਪਹਿਲਾਂ ਟ੍ਰੇਨਿੰਗ ਕੀਤੀ ਸੀਗੀ ਉਹ ਸਿਰਫ ਬੈਂਡਸ ਨਾਲ ਪ੍ਰੈਕਟਿਸ ਕੀਤੀ ਹੈ, ਪਰ ਉਹਨਾਂ ਨੇ ਅਕਸਰ ਜਿਹੜੇ ਸੁਰ ਤੁਹਾਨੂੰ ਇਹਨਾਂ ਨੇ ਸਿਖਾਏ ਆ? ਸਾਰਿਆਂ ਨੇ ਹੀ ਮੇਰੇ ਉਸਤਾਦ ਇੱਦਾਂ ਆ ਕਿ ਜਿੰਨੇ ਵੀ ਪਹਿਲੇ ਸਿੰਗਰਸ ਸੀਗੇ, ਮੁੰਡੇ ਸੀਗੇ, ਜਿੰਨੇ ਵੀ ਗਾਉਂਦੇ ਸੀ, ਉਹਨਾਂ ਨੇ ਸਾਰਿਆਂ ਨੇ ਮੈਨੂੰ ਮਤਲਬ ਕੋਈ ਨਾ ਕੋਈ ਰਿਹਰਸਲ ਕਰਾਈ, ਟ੍ਰੇਨਿੰਗ ਦਿੱਤੀ, ਕੁਛ ਨਾ ਕੁਛ ਮੈਨੂੰ ਸਿਖਾਇਆ। ਆਮ ਵੈਰੀ ਥੈਂਕਫੁਲ ਟੂ ਈਚ ਐਂਡ ਐਵਰੀ ਵਨ ਆਫ ਦਮ। And I did have a lot of patience those days. ਹੁਣ ਤਾਂ ਸਾਰਾ ਕੁਛ ਪੈਸਾ ਚੱਲਦਾ ਹੈਗਾ। In those days we used to sit for hours and hours rehearsing, singing, getting it right. They'd say ਇੱਥੋਂ ਗਲਤ ਆ, ਇੱਥੋਂ। ਫਿਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਜਦੋਂ ਮੇਰੀ ਜੱਟੀ ਬੁਲਬੁਲ ਅਰਕੀ ਕਸੈਟ ਆਈ, ਅਤੇ ਉਸ ਤੋਂ ਬਾਅਦ ਫਿਰ ਮੈਨੂੰ ਜੰਡੂ ਲਿੱਤਰਾਂ ਵਾਲੇ, ਉਹਨਾਂ ਨੇ ਮੈਨੂੰ ਗੀਤ ਦਿੱਤੇ ਸੀ। ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਾਇਆ A.S. ਕੰਗ ਦੇ ਨਾਲ। A.S. ਕੰਗ ਨੇ ਮੈਨੂੰ ਪੁੱਛਿਆ ਕਿ ਤੁਸੀਂ ਮੈਨੂੰ ਸਾਡੇ ਬੈਂਡ ਨਾਲ ਜੁਆਇਨ ਕਰ ਲਓ। ਸੋ I was really looking forward to it. I know he had a very big name. ਅਤੇ A.S. ਕੰਗ, ਉਹਨਾਂ ਨੇ ਵੀ ਮੈਨੂੰ ਬਹੁਤ ਸਿਖਾਏ ਗੀਤ। ਉਹਨਾਂ ਦੇ ਨਾਲ ਮੈਂ ਕਾਫੀ ਸ਼ੋਜ਼ 7 ਸਾਲ ਮੈਂ ਗਾਇਆ। ਤੁਸੀਂ ਕਾਫੀ ਡੁਐਟਸ ਉਹਨਾਂ ਨਾਲ ਕੀਤੇ, ਰਾਈਟ? ਹਾਂਜੀ ਹਾਂਜੀ। ਐਂਡ ਉਸ ਤੋਂ ਬਾਅਦ ਫਿਰ ਉਹਨਾਂ ਨਾਲ ਟਰੈਵਲਿੰਗ, ਟੂਰਿੰਗ ਵੀ ਕੀਤੀ। ਸਭ ਤੋਂ ਪਹਿਲਾ ਟੂਰ 1984 ਦੇ ਵਿੱਚ ਕੈਨੇਡਾ, ਅਮਰੀਕਾ ਦਾ ਸੀ।
ਸੋ ਯਾ ਤੁਸੀਂ ਇੱਥੇ ਸਾਡੇ ਸ਼ਹਿਰ ਵੀ ਆਏ ਸੀ, ਵੈਂਕੂਵਰ ਵੀ ਆਏ ਸੀਗੇ, ਅਤੇ ਉਦੋਂ ਕਾਫੀ ਜਿਹੜੀ ਫੀਡਬੈਕ ਸੀਗੀ ਬਿਕਾਜ਼ ਉਦੋਂ ਜਿਹੜੇ ਸ਼ੋਅਜ਼ ਬਹੁਤ ਘੱਟ ਲੱਗਦੇ ਹੁੰਦੇ ਸੀਗੇ, ਅਤੇ ਜਦੋਂ ਕੋਈ ਵੀ ਕਲਾਕਾਰ ਆਉਂਦਾ ਸੀਗਾ ਇੱਕ ਇੱਕ ਵੱਖਰਾ ਰੂਪ ਅੰਦਾਜ਼ ਲੈ ਕੇ ਆਉਂਦੇ ਸੀਗੇ, ਅਤੇ ਖਾਸ ਕਰਕੇ ਜਦੋਂ ਇੰਗਲੈਂਡ ਤੋਂ ਆਉਂਦੇ ਸੀਗੇ ਬਿਕਾਜ਼ ਉੱਥੇ ਤੁਸੀਂ ਇੱਕ ਮਿਊਜ਼ਿਕ ਇੰਡਸਟਰੀ ਨੂੰ ਇੱਕ ਨਵੇਂ ਆਈ ਥਿੰਕ ਇੱਕ ਨਵਾਂ ਰੂਪ ਦਿੱਤਾ, ਯੂ ਮੇਡ ਇਟ ਕਮ ਬੈਕ ਟੂ ਲਾਈਫ ਅਗੈਨ। ਐਂਡ ਸੋ ਜਦੋਂ ਤੁਸੀਂ ਇੱਥੇ ਆਉਂਦੇ ਸੀ ਕੀ ਇੱਥੇ ਫੀਡਬੈਕ ਹੁੰਦੀ ਸੀ, ਕੀ ਰਿਐਕਸ਼ਨ ਹੁੰਦੀ ਸੀ ਇੱਥੇ ਦੇ ਜਿਹੜੇ ਤੁਹਾਡੇ ਫੈਨ ਸੀਗੇ? ਰਿਐਕਸ਼ਨ ਬਹੁਤ ਵਧੀਆ ਸੀ ਕਿਉਂਕਿ ਅਸੀਂ ਪਹਿਲਾਂ ਸ਼ੋਜ਼ ਕੀਤੇ ਸੀ ਟੋਰਾਂਟੋ ਐਂਡ ਇਟ ਵਾਸ ਲਾਈਕ ਅ ਸਿਨੇਮਾ ਹਾਲ ਐਂਡ ਉੱਥੇ ਸਾਡਾ ਸ਼ੋਅ ਕਰਾਇਆ ਸੀਗਾ ਕੁਲਦੀਪ ਦੀਪਕ ਬਹੁਤ ਅੱਛੇ ਸਿੰਗਰ ਆ, ਹੀ ਸਿੰਗਸ ਅ ਲੋਟ ਆਫ ਸ਼ਿਵ ਕੁਮਾਰ ਬਟਾਲਵੀ ਦੇ, ਉਹਨਾਂ ਨੇ ਰਿਕਾਰਡਿੰਗਸ ਵੀ ਕੀਤੀਆਂ ਆ ਸ਼ਿਵ ਕੁਮਾਰ ਦੇ ਗੀਤਾਂ ਦੀਆਂ, ਅਤੇ ਉਹਨਾਂ ਨੇ ਸਾਡਾ ਸ਼ੋਅ ਕਰਾਇਆ ਸੀਗਾ, ਇੱਕ ਸਿਨੇਮਾ ਹਾਲ ਸੀ, ਪਰ ਉਹ ਇੰਨਾ ਫੁੱਲ ਹੋ ਗਿਆ ਕਿ ਉਹਨਾਂ ਨੂੰ ਕੁਲਦੀਪ ਜੀ ਨੂੰ ਨੈਕਸਟ ਡੇ ਫਿਰ ਉਹਨਾਂ ਨੂੰ ਸ਼ੋਅ ਰੱਖਿਆ ਉਹਨਾਂ ਨੇ ਉਸੇ ਹਾਲ ਦੇ ਵਿੱਚ ਬਿਕਾਜ਼ the audience had to go back because there just wasn't enough room. I think there was only room for maybe about 1,000-1,200 people. Wow. And then next day they rebooked us again, to do another show because people were really looking forward to us. So ਉਸ time ਦੇ ਪਹਿਲੇ ਅਸੀਂ shows ਕੀਤੇ ਸੀ, ਤੇ ਅਸੀਂ ਕਾਫੀ ਟਰੈਵਲਿੰਗ ਕੀਤੀ, ਇਵਨ ਵੈਨਕੂਵਰ ਤੋਂ ਛੋਟੇ ਸ਼ਹਿਰ ਪ੍ਰਿੰਸ ਜਾਰਜ, we've done shows in Prince George a couple of times. My hometown. Yeah, beautiful. It was a lovely place. I'll never forget that. Yeah, great. ਐਂਡ ਸੋ ਕਾਫੀ ਤੁਸੀਂ ਦੁਨੀਆ ਦੇ ਟੂਰ ਕੀਤੇ, ਤੁਸੀਂ ਸ਼ਿਕਾਗੋ ਮਲਕੀਤ ਸਿੰਘ ਦੇ ਨਾਲ ਵੀ ਗਏ ਸੀ, ਅਮਰੀਕਾ ਗਏ, ਸੋ ਕਾਫੀ ਡਿਫਰੈਂਟ ਸਿੰਗਰਸ ਦੇ ਨਾਲ, ਪਰ ਕੋਈ ਇਹੋ ਜਿਹੀ ਜਗ੍ਹਾ ਦੇ ਵਿੱਚ ਤੁਸੀਂ ਗਏ, ਮੈਨੂੰ ਪਤਾ ਤੁਸੀਂ ਟ੍ਰਿਨੀਡੈਡ ਵੀ ਗਏ ਆ ਜਿੱਥੇ ਅੱਜ ਕੱਲ੍ਹ ਦਾ ਆਈ ਥਿੰਕ ਕੋਈ ਸਿੰਗਰ ਜਾਂਦਾ ਆ, ਸੋ ਪੂਰੀ ਤੁਸੀਂ ਦੁਨੀਆ ਦਾ ਟੂਰ ਕੀਤਾ, ਕੋਈ ਇਹੋ ਜਿਹੀ ਜਗ੍ਹਾ ਪੰਮੀ ਜੀ ਜਿੱਥੇ ਹਾਲੇ ਵੀ ਤੁਸੀਂ ਜਦੋਂ ਉੱਠਦੇ ਆ ਸਵੇਰ ਨੂੰ ਜਾਂ ਤੁਸੀਂ ਆਪਣੇ ਮਿਊਜ਼ਿਕ ਕਰੀਅਰ ਬਾਰੇ ਸੋਚਦੇ ਆ, ਜਿਹੜਾ ਤੁਹਾਡੇ ਦਿਲ ਦੇ ਵਿੱਚ any one incident that might have happened when you traveled outside that is still close to your heart? So close to my heart. I think all the destinations that I traveled, I loved all the places. I've done all sorts of places. I've even done in Canada we've done Ottawa. We did this place called I'm just trying to remember the name of it, but it's on the way from Toronto to Ottawa. We've done shows in lots of places, Montreal. Even Winnipeg. Uthe bahut snow payi sigi. Me and Apna Sangeet were there, and I remember us buying these furry hats and having pictures taken with them. Winnipeg was full of snow. Even Toronto at one time. Came to Toronto and it was like about 4 foot of snow. ਇੰਨੀ ਸਨੋ ਪੈਂਦੀ ਸੀਗੀ, ਤੇ Edmonton, Calgary, we've travelled you name it. We've in America a couple of times to New York, San Francisco, Yuba City. ਲਿਸਟ ਬਹੁਤ ਲੰਬੀ ਆ ਤੁਹਾਡੀ। Even a band in America, ਹਰਭਜਨ ਸਿੰਘ ਭਜਨ, ਅਸੀਂ ਇਕੱਠੇ ਪ੍ਰੋਗਰਾਮਸ ਕੀਤੇ in Australia as well. ਐਂਡ ਉਹ ਪਲੇਸਿਸ ਕੀਤੇ ਜਿੱਥੇ ਕਿ ਆਪਣੇ ਲੋਕ 200 ਸਾਲ ਤੋਂ ਪਹਿਲਾਂ ਸਰਦਾਰ ਲੋਕ ਰਹਿ ਰਹੇ ਆ, ਪਲੇਸ ਕੋਲਡ ਬੁਲਗੁਲਗਾ, and they have banana farms. Sukhi, I've been so lucky that my little bit of just bathroom singing has taken me a long way around the world. I'm thankful to God for showing me all these beautiful places, and here I am with somebody like yourself who's been a childhood fan. I'm so thankful. Yes, and we're so thankful to have connected with you again ਕਿਉਂਕਿ ਤੁਸੀਂ ਇੱਕ ਕਿਸਮ ਨੂੰ ਸਾਨੂੰ ਜਿਹੜੇ ਅਸੀਂ ਇੱਧਰਲੇ ਜੰਪ ਵਾਲੇ ਮਾਂ ਬੋਲੀ ਨਾਲ ਫਿਰ ਕਨੈਕਟ ਕੀਤਾ ਆ। ਇੱਕ ਗੱਲ ਤੁਹਾਡੀ ਬਹੁਤ ਖਾਸ ਹੁੰਦੀ ਸੀਗੀ, ਅਤੇ ਉਹ ਮੈਨੂੰ ਹਾਲੇ ਵੀ ਯਾਦ ਹੈ, ਅਤੇ ਕੱਲ੍ਹ ਜਦੋਂ ਆਪਾਂ ਥੋੜ੍ਹਾ ਟਾਈਮ ਫੋਨ ਦੇ ਉੱਤੇ ਵੀ ਲਾਇਆ, ਆਪਾਂ ਪਿਛਲੀਆਂ ਗੱਲਾਂ ਕਰਦੇ ਸੀਗੇ ਕਿ ਜਿਹੜੀ ਤੁਹਾਡੀ ਫੈਸ਼ਨ ਸੈਂਸ ਹੁੰਦੀ ਸੀ, ਜਦੋਂ ਅਸੀਂ ਤੁਹਾਨੂੰ ਵੇਖਦੇ ਹੁੰਦੇ ਸੀਗੇ ਅਤੇ ਅਸੀਂ ਦੇਖਦੇ ਰਹਿ ਜਾਣਾ, ਗੀਤ ਵੱਲ ਘੱਟ ਧਿਆਨ ਹੁੰਦਾ ਸੀ, ਤੁਹਾਡੇ ਵੱਲ ਜ਼ਿਆਦਾ ਹੁੰਦਾ ਸੀਗਾ, ਜਿਹੜੇ ਤੁਹਾਡੇ ਪਹਿਰਾਵਾ ਹੁੰਦਾ ਸੀਗਾ, ਸੋ ਜਿਹੜੇ ਤੁਸੀਂ ਸੂਟ ਪਾਉਂਦੇ ਹੁੰਦੇ ਸੀ, ਡਰੈਸਾਂ ਪਾਉਂਦੇ ਹੁੰਦੇ ਸੀ, ਚਮਕਦੇ ਹੁੰਦੇ ਸੀ, ਇੱਕ ਤੁਹਾਡੀ ਬੈਲਟ ਮੇਰੇ ਖਿਆਲ ਦੇ ਵਿੱਚ ਇੱਕ ਸਿਗਨੇਚਰ ਤੁਹਾਡੀ ਹੁੰਦੀ ਸੀਗੀ ਕਿ ਇੱਕ ਜਿਹੜੀ ਤੁਹਾਡੀ ਬੈਲਟ ਸ਼ਾਈਨੀ ਹੁੰਦੀ ਸੀ, ਉੱਤੇ ਦੇ ਤੁਹਾਡੇ ਬੂਟ, ਸੋ ਉਸ ਟਾਈਮ ਦੇ ਵਿੱਚ ਤੁਹਾਡਾ ਫੈਸ਼ਨ ਡਿਜ਼ਾਈਨਰ ਕੌਣ ਸੀ, ਜਾਂ ਪੰਮੀ ਆਪਣੀ ਆਪ ਹੀ ਫੈਸ਼ਨ ਡਿਜ਼ਾਈਨਰ ਸੀਗੇ? ਪਤਾ ਕੀ ਹੈ ਸੁਖੀ, ਮੈਂ ਆਪ ਆਮ ਵੈਰੀ ਆਰਟਿਸਟਿਕ,
मैं सारे काम कर लेनी आ। I can do from fashion designing to designing nails. I've done nail art, which is so fine. I could draw a whole scenery on one nail. Wow. मैं बहुत कुछ ਕੀਤਾ है लाइफ ਦੇ ਵਿੱਚ। I've done sewing, knitting, ਜੇ ਮੈਂ ਕੋਈ ਵੀ ਕੰਮ ਕਰਨ ਲੱਗਣਾ ਮੈਂ ਕਰ ਹੀ ਲੈਂਦੀ ਸੀ। But most of those baggy trousers were designed by myself and even sewn by myself. मैं ਰਾਤ ਨੂੰ ਬੈਠ ਕੇ ਸੂਟ ਸੀ ਲੈਣਾ ਤੇ ਸਵੇਰ ਨੂੰ ਪਾ ਕੇ ਜਾਣਾ। But I did have one lady who used to design suits for me, and she lived in the east of London. Right. And she'd do everything with her might. She put in so much effort. ਉਹਨੇ ਕਹਿਣਾ ਪੰਮੀ ਤੈਨੂੰ ਮੈਂ ਏਦਾਂ ਦੇ ਸੂਟ ਡਿਜ਼ਾਈਨ ਕਰਕੇ ਦੇਣੇ ਆ। She used to do different colors. She used to make designs, and one funny story I'm going to tell you, because she designed this suit for me. And I wore it to a wedding around Southall in London. ਤੇ ਉਹ ਮੈਂ ਸੂਟ ਪਾਇਆ ਤੇ ਮਹੀਨਾ ਕੁ ਬਾਅਦ ਮੈਂ ਉਹਨਾਂ ਦਾ ਹੀ ਫੇਰ ਉਹਨਾਂ ਦੀ ਪਾਰਟੀ ਸੀ ਉਸੇ ਫੈਮਿਲੀ ਦੀ ਤੇ ਲੱਕੀਲੀ ਮੈਂ ਉਹ ਸੂਟ ਨਹੀਂ ਪਾਇਆ, ਥੈਂਕ ਗॉड। ਜਦੋਂ ਮੈਂ ਪਾਰਟੀ ਤੇ ਗਈ ਤਾਂ ਮੇਰੇ ਉਸੇ ਡਿਜ਼ਾਈਨ ਦੇ 2 ਸੂਟ 2 ਲੇਡੀਜ਼ ਨੇ ਪਾਏ ਹੋਏ। So shocked. They'd got it from the video. They had copied my design and got it 100% right. So ਤੁਸੀਂ ਇੱਕ ਫੈਸ਼ਨ ਆਈਕਨ ਬਣ ਗਏ। Yes, it was the incident basically. I just ਉਹ ਸਾਰੇ ਹੁਣ ਕੱਪੜੇ ਮੈਂ funnily enough about 10 years ago I've given to the charity shops, and I'm sure they'd still fit me though. If I was to fit into 1 or 2 of them, I'm sure they would have fitted me. ਸੋ ਤੁਸੀਂ ਮੇਰੀ ਅਗਲੇ ਕੁਐਸਚਨ ਤੱਕ ਆਪ ਹੀ ਪਹੁੰਚ ਗਏ। ਤੁਹਾਨੂੰ ਅਸੀਂ ਪੁੱਛਣਾ ਸੀ ਵੀ ਤੁਹਾਡਾ ਰਾਜ਼ ਕੀ ਹੈ। ਅਸੀਂ ਕਈ ਵਾਰੀ ਦੇਖੀਦੇ ਆ ਜਿਹੜੇ ਸਾਡੇ ਫੇਵਰੇਟ ਸਿੰਗਰਸ ਐਕਟਰੈਸਿਸ ਹੁੰਦੀਆਂ ਆ ਏਜ ਦੇ ਹਿਸਾਬ ਨਾਲ ਅਸੀਂ ਸਾਰੇ ਏਜ ਹੋ ਜਾਈਦਾ ਆ। ਕਿਤੇ ਨਾ ਕਿਤੇ ਲਾਈਫ ਦੀ ਕੋਈ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਵੀ ਕਾਈਂਡ ਆਫ ਲੈਟ ਆਵਰਸੈਲਵਸ ਗੋ ਜਾਂ ਹੋਰ ਜ਼ਿੰਮੇਵਾਰੀ ਆ ਜਾਂਦੀਆਂ ਆ। ਵੀਵ ਗॉट ਅਦਰ ਰਿਸਪੌਂਸਿਬਿਲਿਟੀਜ਼ ਤੇ ਤੁਸੀਂ ਹਜੇ ਵੀ ਉਨੇ ਹੀ ਸੋਹਣੇ ਲੱਗਦੇ ਹੋ, ਹਾਲੇ ਉਨੇ ਯੂਥਫੁਲ ਲੱਗਦੇ ਆ ਜਿਵੇਂ ਤੁਸੀਂ ਪਹਿਲੇ ਦਿਨਾਂ ਦੇ ਵਿੱਚ ਸੀ। ਸੋ what goes to the credit for that? Well, ਸੁਖੀ ਜਦੋਂ ਮੈਂ ਸਿੰਗਿੰਗ ਕਰਦੀ ਸੀ ਨਾ ਇਸ ਕੰਮ ਦੇ ਨਾਲ ਤੇ ਮੈਂ ਕਾਰ ਦੇ ਵਿੱਚ ਬੈਠੀ ਨੇ ਇਨ ਆਲ ਦ ਬ੍ਰੇਕ ਟਾਈਮ ਮੈਂ ਬੈਠੀ ਹੈਲਥ ਦੀਆਂ ਬੁੱਕਸ ਪੜ੍ਹਦੀ ਰਹਿੰਦੀ ਸੀ। ਐਂਡ ਮੈਂ ਉਸ ਤੋਂ ਬਾਅਦ ਫਿਰ 1985 ਦੇ ਵਿੱਚ ਮੈਂ ਨਾ ਨੈਚੁਰਲ ਥੈਰੇਪੀਜ਼ ਦਾ ਕੋਰਸਿਸ ਕੀਤੇ, ਨਿਊਟ੍ਰੀਸ਼ਨ, ਨੈਚੁਰਲ ਥੈਰੇਪੀਜ਼, ਹੈਲਥ ਐਂਡ ਬਿਊਟੀ ਥੈਰੇਪੀ ਤੇ ਉਸ ਨੂੰ ਮੈਂ ਪ੍ਰੈਕਟਿਸ ਕਰਦੀ ਰਹੀ ਹਾਂ। I had a health shop from 1987 to 2002 on the High Street, Wembley. So while I was singing as well, my husband and I used to run the health shop. I had clinics. I invested in a lot of machines. ਆਪਣੇ ਆਪ ਤੇ ਤਾਂ ਮੈਂ ਕੋਈ use ਨਹੀਂ ਕੀਤੀ. I haven't had any cosmetic surgery or anything, but I do take care. My diet's very good. I used to advise people on diet. Touch wood, I've not had anything. I don't have high blood pressure, diabetes or anything of the sort. I've been lucky. ਸੋ ਪੰਮੀ ਜੀ ਹਮੇਸ਼ਾ ਦੀ ਤਰ੍ਹਾਂ ਜਿਹੜੇ ਤੁਹਾਡੇ ਗੀਤ ਹੈ ਬਹੁਤ ਜ਼ਿਆਦਾ ਮਕਬੂਲ ਹੋਇਆ, ਖਾਸ ਕਰਕੇ ਜਿਹੜੀਆਂ ਅੱਜ ਸਾਡੀਆਂ ਮਾਤਾਵਾਂ ਅਤੇ ਆਂਟੀਆਂ ਜੁੜੀਆਂ ਹੋਈਆਂ ਸਾਡੇ ਨਾਲ ਉਸ ਟਾਈਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਗਿੱਧੇ ਦੀਆਂ ਬੋਲੀਆਂ ਬਹੁਤ ਮਸ਼ਹੂਰ ਹੋਈਆਂ ਸੀ। ਮਿਊਜ਼ਿਕ ਜਿਹੜਾ ਚਰਨਜੀਤ ਅਹੂਜਾ ਨੇ ਦਿੱਤਾ ਸੀਗਾ। ਕਾਫੀ ਪਾਰਟੀਜ਼ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੇ ਸੀ। ਜਦੋਂ ਤੁਹਾਡੇ TV 'ਤੇ ਕੋਈ ਵੀ ਸ਼ੋਅ ਆਉਂਦਾ ਸੀਗਾ ਬੀਬੀਆਂ ਆਪਣਾ ਸਾਰਾ ਕੰਮ ਛੱਡ ਕੇ ਉੱਥੇ ਬਹਿ ਜਾਂਦੀਆਂ ਸੀ ਤੁਹਾਨੂੰ ਸੁਣਨ ਨੂੰ। ਸੋ ਥੋੜ੍ਹੀ ਜਿਹੀ ਜੇ ਆਪਾਂ ਉਹਨਾਂ ਦੀ ਯਾਦ ਤਾਜ਼ੀ ਕਰ ਦਈਏ ਜ਼ਰੂਰ ਤੁਸੀਂ ਜੇ ਅੱਜ ਸਾਡੇ ਨਾਲ ਜੁੜਿਆ ਤੇ ਥੋੜ੍ਹੀਆਂ ਜਿਹੀਆਂ ਤੁਹਾਡੀਆਂ ਬੋਲੀਆਂ ਤਾਂ ਬਣਦੀਆਂ ਹੀ ਆ। ਬੋਲੀਆਂ ਸਭ ਤੋਂ ਪਹਿਲਾਂ ਮੇਰੀਆਂ ਆਈਆਂ ਸੀ ਸਾਊਥ ਹਾਲ ਦੀਆਂ। ਸਾਊਥ ਹਾਲ ਦੀਆਂ ਬੋਲੀਆਂ ਬਹੁਤ ਮਸ਼ਹੂਰ ਹੋਈਆਂ ਸੀ ਪਹਿਲੀ ਮੇਰੀ ਐਲਬਮ ਦੇ ਵਿੱਚ। ਉਹ ਸੀਗੀਆਂ ਮਿਡਲੈਂਡ ਦਾ ਬਣ ਕੇ ਬਹਿ ਗਿਓ, ਮਿਡਲੈਂਡ ਦਾ ਬਣ ਕੇ ਬਹਿ ਗਿਓ, ਕਰ ਲਿਆ ਦੂਰ ਕਿਨਾਰਾ ਵੇ ਸਾਊਥ ਹਾਲ ਵੀ ਗੇੜਾ ਲਾ ਜਾ, ਸਾਊਥ ਹਾਲ ਵੀ ਗੇੜਾ ਲਾ ਜਾ, ਚੰਨੀ ਦਿਆ ਦਿਲਦਾਰਾ ਵੇ ਛੁੱਟੀਆਂ ਵੀਕ ਦੀਆਂ, ਕੱਚਾ ਸੋਹਣਿਆ ਯਾਰਾ ਛੁੱਟੀਆਂ ਵੀਕ ਦੀਆਂ, ਕੱਚਾ ਸੋਹਣਿਆ ਯਾਰਾ ਛੁੱਟੀਆਂ ਵੀਕ ਦੀਆਂ। ਰਹਿ ਗਿਆ 4 ਛੁੱਟੀ ਫੁੱਲ ਵੀਕ ਦੀ ਆਉਣੀ ਵੇ, ਤਾਈਓ ਟੈਲੀਫੋਨ ਦੀ ਮੈਨੂੰ, ਤਾਈਓ ਟੈਲੀਫੋਨ ਦੀ ਮੈਨੂੰ ਘੰਟੀ ਪਈ ਖੜਕਾਉਣੀ ਵੇ, 2 ਦਿਨ ਇਕੱਠੇ ਫਿਰ ਤੁਰ ਲਾਂਗੇ, ਗੁੱਸਾ ਲਾ ਜੂ ਸਾਰਾ ਵੇ ਛੁੱਟੀਆਂ ਵੀਕ ਦੀਆਂ, ਕੱਚਾ ਸੋਹਣਿਆ ਯਾਰਾ ਛੁੱਟੀਆਂ ਵੀਕ ਦੀਆਂ। ਫਿਰ ਬੋਲੀਆਂ ਹੋਰ ਤਰ੍ਹਾਂ ਦੀਆਂ ਵੀ ਸੀ। ਰਾਇਆ 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 ਲੱਡੂ ਅੰਡ ਤੂੰ ਵਿਸ਼ਨੋ, ਤੇਰਾ ਜੇਠ ਵਲੈਤੋਂ ਆਇਆ,
ਮੇਕਅਪ ਤੇਰੇ ਲਈ ਸਾਰਾ ਏਵਨ ਦਾ ਲਿਆਇਆ ਹਲ ਵੀ ਤੂੰ ਕੁੰਡ ਕੱਢਦੀ ਗੁੱਡ ਮਾਰਨਿੰਗ ਕਹਿ ਨਾ ਬੁਲਾਇਆ ਹਲ ਵੀ ਤੂੰ ਕੁੰਡ ਕੱਢਦੀ ਗੁੱਡ ਮਾਰਨਿੰਗ ਕਹਿ ਨਾ ਬੁਲਾਇਆ ਹਲ ਵੀ ਤੂੰ ਕੁੰਡ ਕੱਢਦੀ ਕਈ ਤਰ੍ਹਾਂ ਦੀਆਂ ਬੋਲੀਆਂ ਸੀਗੀਆਂ ਬਹੁਤ ਸੀਗੀਆਂ ਵੈਰੀ ਕਿਊਟ ਬੋਲੀਆਂ ਬੋਲੀਆਂ ਯਾ ਬੱਲੇ 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 ਨੀ ਓ ਮੇਰਾ ਵੀਰ ਲੱਗਦਾ ਜਿਹੜਾ ਸੋਨੇ ਦੀਆਂ ਲੱਤੀਆਂ ਵਾਲਾ ਓ ਮੇਰਾ ਵੀਰ ਲੱਗਦਾ ਬੱਲੇ ਬੱਲੇ ਨੀ ਸੱਸ ਦੀਆਂ ਨੌ ਕੁੜੀਆਂ ਮੱਥਾ ਟੇਕਦੀ ਨੂੰ ਵੱਜ ਜਾਂਦੇ 12 ਸੱਸ ਦੀਆਂ ਨੌ ਕੁੜੀਆਂ ਟਿਊਨਸ ਚੇਂਜ ਹੋਈ ਜਾਂਦੀਆਂ ਸੀ ਤੇ ਬੋਲੀਆਂ ਕੰਟੀਨਿਊਸ ਸੀਗੀਆਂ ਘੰਟੇ ਦੀਆਂ ਵਾਓ ਸੋ ਲਗਾਤਾਰ ਤੁਸੀਂ ਇਹ ਮੈਮੋਰਾਈਜ਼ ਕੀਤੀਆਂ ਤੁਸੀਂ ਬੋਲੀਆਂ ਸਿੱਖੀਆਂ ਕਿੱਥੋਂ ਆ ਪਹਿਲੀ ਗੱਲ ਤਾਂ ਲੋਕ ਬੋਲੀਆਂ ਤੇ ਇਹ ਫੋਕ ਜਿਹੜੇ ਗੀਤ ਆ ਮੈਂ ਸਭ ਤੋਂ ਪਹਿਲਾਂ ਫੋਕ ਸੌਂਗਸ ਹੀ ਸ਼ੁਰੂ ਕੀਤੇ ਆ ਮੈਨੂੰ ਫੋਕ ਨਾਲ ਬਹੁਤ ਪਿਆਰ ਆ ਪੰਜਾਬੀ ਫੋਕ ਨਾਲ ਸੋ ਇਟਸ ਸਾਡੀ ਮਾਂ ਬੋਲੀ ਆ ਐਂਡ ਸਾਡਾ ਜਿਹੜਾ ਪਿੰਡ ਆ ਸੁਖੀ ਸਾਡਾ ਪਿੰਡ ਹੈਗਾ ਸ਼ੰਕਰ ਮੇਰੇ ਪੇਕੇ ਜਿਹੜਾ ਪਿੰਡ ਆ ਸ਼ੰਕਰ ਆ ਤੇ ਸ਼ੰਕਰ ਦੇ ਵਿੱਚ ਸਾਡੇ ਮੇਲਾ ਲੱਗਦਾ ਐਵਰੀ ਈਅਰ ਛਿੰਝ ਪੈਂਦੀ ਆ ਛਿੰਝ ਢੋਲ ਵੱਜਦੇ ਆ ਐਂਡ ਉੱਥੇ ਘੋਲ ਹੁੰਦੇ ਆ ਘੋਲ ਤੋਂ ਬਾਅਦ ਉੱਥੇ ਤਲਾਅ ਆ ਤਲਾਅ ਤੇ ਮੇਲਾ ਲੱਗਦਾ ਮੇਲੇ ਦੇ ਵਿੱਚ ਬੋਲੀਆਂ ਪਾਉਂਦੀਆਂ there's one side that women go to of this lake and the other side men go to the other side and ਆਦਮੀ ਆਪਣੀਆਂ ਬੋਲੀਆਂ ਪਾਉਂਦੇ ਆ ਤੇ ਜਿੱਦਾਂ ਜੁੱਟੇ ਬਣਾ ਕੇ ਤੇ ਲੇਡੀਜ਼ ਆਪਣੀਆਂ ਬੋਲੀਆਂ ਪਾਉਂਦੀਆਂ ਸੋ ਸਾਡਾ ਪਿੰਡ ਬਹੁਤ ਮਸ਼ਹੂਰ ਆ ਬੋਲੀਆਂ ਲਈ ਗ੍ਰੇਟ ਤੁਹਾਨੂੰ ਹੁਣ ਕੀ ਲੱਗਦਾ ਵੀ ਜਿਹੜਾ ਯੂਥ ਆ ਹੁਣ ਅੱਜ ਕੱਲ੍ਹ ਬੋਲੀਆਂ ਤੋਂ ਬਹੁਤ ਦੂਰ ਹੋ ਗਿਆ ਬਿਕਾਜ਼ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਹੁਣ ਜਿਹੜਾ ਮਿਊਜ਼ਿਕ ਆ ਉਹਦੇ ਵਿੱਚ ਕਾਫੀ ਬਦਲਾਅ ਆਇਆ ਹੋਇਆ ਇਟਸ ਕੰਪਲੀਟਲੀ ਡਿਫਰੈਂਟ from what you and I grew up with ਇਹ ਜਿਹੜਾ folk music ਆ ਜਿਹੜੇ ਸਾਡੇ ਇਹੋ ਜਿਹੇ ਬੋਲੀਆਂ ਆ ਜੋ ਵੀ ਅਸੀਂ ਕਹਿ ਸਕਦੇ ਵੀ ਸਾਡੇ ਕਲਚਰ ਦੇ ਨਾਲ ਜਿਹੜੇ ਇਹ ਪੁਰਾਣੀਆਂ ਬੋਲੀਆਂ ਹੁੰਦੀਆਂ ਸੀ ਸਿੱਠਣੀਆਂ ਹੁੰਦੀਆਂ ਸੀਗੀਆਂ ਇਹ ਕਿਤੇ ਨਾ ਕਿਤੇ ਡਿਸਅਪੀਅਰ ਹੋ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਸਾਡੀ ਗਾਂਵਲੀ ਜਨਰੇਸ਼ਨ ਆ ਜਦੋਂ ਵਿਆਹ ਸ਼ਾਦੀਆਂ ਹੋਣਗੀਆਂ ਇਹ ਬੋਲੀਆਂ ਪੈਣਗੀਆਂ ਜਾਂ ਇਹ ਸਿਰਫ ਟੇਪਾਂ ਦੇ ਉੱਤੇ ਸੀਡੀਜ਼ ਦੇ ਉੱਤੇ ਵੱਜਣਗੀਆਂ ਇਹ ਪੈਣਗੀਆਂ ਜੇ ਅਸੀਂ ਲਾਈਵ ਰੱਖਾਂਗੇ ਇਹਨਾਂ ਨੂੰ ਜਿਹੜੇ ਸਿੰਗਰਸ ਆ ਹੁਣ ਬੱਚੇ ਵੀ ਜਿੱਦਾਂ ਹੁਣ ਗਾਉਂਦੇ ਹੈਗੇ ਆ ਮੋਸਟਲੀ ਕਿਡਸ they're also going into although they're mixing the western and the eastern music together to give it a feel of a mixture of like western and eastern mix so that everybody can listen to it the kids they're going into rapping and all sorts of different trends but all the same there's I think there's a lot of folk singers punjab de vich hi takriban kinne hon nave uthde a ਮੁੰਡੇ ਕਿੰਨੇ ਉੱਠ ਰਹੇ ਆ ਜਿਹੜੇ ਬੋਲੀਆਂ ਵੀ ਪਾਉਂਦੇ ਗੀਤ ਵੀ ਗਾਉਂਦੇ ਆ we need more of those in the western world we need more in Canada and England and Australia we need more people more kids and ਇੱਥੇ ਵੀ ਹੈਗਾ ਜਿੱਦਾਂ ਪਲਵਿੰਦਰ ਧਾਮੀ ਆਪਣੇ ਹੀਰਾ ਗਰੁੱਪ ਦਾ ਉਹਦੇ ਦੋਨੇ ਹੀ ਬੇਟੇ ਹੈਗੇ ਆ ਉਹ ਸਿੰਗਰ ਸੀਗੇ ਜਿਹੜਾ ਵੱਡਾ ਬੇਟਾ ਉਹ ਕਾਫੀ I think folk type of songs gaunda siga so there's a lot of singers who still do and I would love to do more boliyan and keep it going until meri awaaz jadon tak chalegi main jaan wali agge jaan wali ho gayi ta udo tak ta main rakhungi na ਅੱਗੇ ਵਾਲੀਆਂ ਨਹੀਂ ਗੱਲਾਂ ਕਰਨੀਆਂ ਆਪਾਂ ਸਿਰਫ ਅੱਗੇ ਵਾਲੀ ਉਹ ਗੱਲਾਂ ਕਰਨੀਆਂ ਵੀ ਅੱਗੇ ਅਸੀਂ ਕਦੋਂ ਤੁਹਾਨੂੰ ਫੇਰ ਤੋਂ ਦੁਬਾਰਾ ਸਕਰੀਨ ਤੇ ਦੇਖਾਂਗੇ ਕਦੋਂ ਸਾਡੇ ਕੰਨਾਂ ਦੇ ਵਿੱਚ ਤੁਹਾਡਾ ਜਿਹੜਾ ਮਿਊਜ਼ਿਕ ਆ ਫੇਰ ਕਦੋਂ ਐਨੀਥਿੰਗ ਨਿਊ ਕਦੋਂ ਆ ਰਿਹਾ ਹੈ Well ਹੁਣ ਮੈਂ ਨਾ ਸੁਖੀ ਆਈ ਆ after 15 years and one day we were just looking at YouTube and there's one of my songs and I saw the comments underneath people were looking for me they didn't know where I was ਤੇ ਉਸ ਤੋਂ ਮੈਨੂੰ ਥੋੜਾ ਜਿਹਾ ਪੈਸ਼ਨ ਹੋ ਗਿਆ ਮੈਂ ਕਿ ਦੇਖਾਂ ਕਿ ਮੈਂ ਤਾਂ ਇੱਥੇ ਰਹਿੰਦੀ ਆ ਮੈਨੂੰ ਸ਼ੌਕ ਵੀ ਆ ਕਿ ਮੈਂ ਰਿਕਾਰਡਿੰਗ ਕਰਾਉਣੀ ਆ but about 15 years ago I'll tell you the truth a family member of mine gave me something in my food ਤੇ ਮੇਰੀ ਆਵਾਜ਼ ਟੋਟਲੀ ਬੰਦ ਹੋ ਗਈ ਸੀ ਅੱਛਾ ਕਿਸੇ ਨੇ ਪਰਿਵਾਰਕ ਮੈਂਬਰ ਨੇ ਤੁਹਾਡੇ ਖਾਣੇ 'ਚ ਕੁਝ ਪਾ ਦਿੱਤਾ 15 ਸਾਲ ਪਹਿਲਾਂ ਵਾਓ ਓਕੇ
ਤੇ ਉਸ ਤੋਂ ਬਾਅਦ ਫਿਰ ਮੇਰੀ ਉਸ ਟਾਈਮ ਤੇ ਇੱਕ ਮੈਂ ਰਿਕਾਰਡਿੰਗ ਕਰ ਰਹੀ ਸੀਗੀ, ਇਟ ਵਾਸ ਇਨ ਦੀ अर्ਲੀ 2000s ਐਂਡ ਉਹ ਰਿਕਾਰਡਿੰਗ ਕੰਪਲੀਟ ਨਹੀਂ ਹੋਈ। ਉਸ ਤੋਂ ਬਾਅਦ ਮੈਂ ਕੋਈ ਰਿਕਾਰਡਿੰਗ ਨਹੀਂ ਕੀਤੀ ਤੇ ਫਿਰ ਮੇਰੇ ਲਈ ਬੋਲਣਾ ਹੀ ਬੜਾ ਮੁਸ਼ਕਿਲ ਹੋ ਗਿਆ ਸੀਗਾ, ਨੈਵਰ ਮਾਈਂਡ ਸਿੰਗਿੰਗ। ਫਿਰ ਮੈਂ ਕਾਫੀ ਸਾਲ ਇੱਦਾਂ ਹੀ ਸੋਚਦੀ ਰਹੀ ਕਿ ਕੀ ਹੋਵੇਗਾ। ਮੈਂ ਕਾਫੀ ਦਿਖਾਇਆ ਗਲਾ, ਪਰ ਕਿਸੇ ਨੂੰ ਕੁਛ ਨਹੀਂ ਸੀ ਪਤਾ ਲੱਗ ਰਿਹਾ। And one day I was in India a few years back and suddenly my voice came back. Wow. And I could sing again, I could reach the high notes again, and ਮੈਨੂੰ ਫਿਰ ਉਦੋਂ ਹੀ ਸ਼ੌਂਕ ਹੋਇਆ ਕਿ I'm gonna do another recording। ਉਸ ਤੋਂ ਬਾਅਦ ਮੈਨੂੰ ਕਾਫੀ ਫਿਰ ਮੁੜ ਕੇ ਪੈਸ਼ਨ ਹੋ ਗਿਆ ਕਿ ਮੈਂ ਗਾਉਂਗੀ ਜ਼ਰੂਰ। ਸੋ ਉਸ ਧਰਤੀ ਤੇ ਜਾ ਕੇ ਤੁਹਾਨੂੰ ਫਿਰ ਇਹ ਸ਼ਕਤੀ ਮਿਲੀ, ਭਾਵੇਂ ਕਿਸੇ ਨੇ ਇਹ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਫਿਰ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੀ ਆਵਾਜ਼ ਫਿਰ ਤੋਂ ਠੀਕ ਹੋਈ ਹੈ ਤੇ ਅੱਜ ਤੁਸੀਂ ਸਾਡੇ ਨਾਲ ਜੁੜੇ ਆ। ਮੈਨੂੰ ਪਤਾ ਤੁਹਾਡੇ ਹਜ਼ਾਰਾਂ ਦੇ ਹਿਸਾਬ ਨਾਲ ਫੈਨਸ ਹੈ। ਜਿੱਦਾਂ ਤੁਸੀਂ ਕਿਹਾ ਹੈ ਕਿ YouTube 'ਤੇ ਜਾ ਕੇ ਸਾਰੇ ਕਹਿੰਦੇ ਸੀ ਵੀ ਪਰਮਜੀਤ ਪੰਮੀ ਨੂੰ ਕੀ ਹੋਇਆ, ਵੇਅਰ ਸ਼ੀ। ਕਿਸੇ ਨੇ ਇੱਦਾਂ ਹੀ ਜਿਹੜੀ ਤੁਹਾਡੀ ਐਲਬਮ ਸੀ, ਜਿਹੜਾ ਤੁਹਾਡਾ ਗੀਤ ਜਿਹਨੂੰ ਆਪਾਂ ਕਹਿ ਸਕਦੇ ਤੁਹਾਡੀ ਜਿਹੜੀ ਐਂਥਮ ਆ ਜੱਟੀ ਬੁਲਬੁਲ ਵਰਗੀ, ਵੀ ਕਿਸੇ ਨੇ ਪਾਇਆ ਸੀਗਾ ਵੀ 1983 ਦੇ ਵਿੱਚ ਮੇਰੇ ਪਹਿਲੇ ਬਰਥਡੇ ਸੀਗੇ ਜਦੋਂ ਇਹ ਗੀਤ ਪਲੇ ਹੋਇਆ ਸੀਗਾ। ਹਾਲੇ ਤੱਕ ਉਹਨਾਂ ਨੂੰ ਯਾਦ ਆ, ਜਿੱਦਾਂ ਸਾਨੂੰ ਯਾਦ ਆ ਤੁਸੀਂ ਸਾਡੇ ਬਚਪਨ ਨਾਲ ਜੁੜੇ। ਸੋ ਜੋ ਤੁਸੀਂ ਇਹੋ ਜਿਹੇ ਕਮੈਂਟਸ ਪੜ੍ਹਦੇ ਆ, ਹਾਊ ਡੂ ਯੂ ਫੀਲ? Well, nothing ever, though, I've been a down-to-earth person. Nothing ever got to my head. I've never behaved like a very famous artist in any way. I've got very simple friends. I live a simple kind of life. Comments don't get to my head, but one thing, it sort of woke me up to think, well, I'll get back onto Facebook again. So I advertised I was on Facebook for many years, but never really went on Facebook as such. And then my son said, Mummy, look at your fans, they're looking for you, let's put you on Facebook, get your old pictures out. So that's exactly what I did, and I was surprised at the response that I had. I was just shocked, and inne sone matlab especially बच्चे your age in their early 40s, Sukhi, they are all back, and they basically really welcomed me with open arms, and that was the loveliest thing that gave me so much joy. I can't explain to you. ਮੈਨੂੰ ਇੰਨੀ ਖੁਸ਼ੀ ਮਿਲੀ ਕਿ ਮੇਰੇ ਜਿਹੜੇ ਹੁਣ ਬੱਚੇ ਹੈਗੇ ਆ 40 ਸਾਲ ਦੇ, ਜਿਨ੍ਹਾਂ ਨੇ ਮੈਨੂੰ 40 ਸਾਲ ਪਹਿਲਾਂ ਗਾਉਂਦੀ ਨੂੰ ਦੇਖਿਆ ਸੀ, ਉਹ ਮੇਰੇ ਅੱਜ ਫੈਨਸ ਆ। they want to see me singing again. ਫਿਰ ਮੇਰਾ ਦਿਲ ਕਰਦਾ ਆ, because going back about 20 years, DJs took over, nobody wanted to listen to live shows, so live music ਕਾਫੀ dead ਹੋ ਗਿਆ ਸੀ। and ਹੁਣ ਜਿਹੜੇ ਬੱਚੇ ਹੈਗੇ ਮੁੜ ਕੇ ਫਿਰ, like yourself, look at you interviewing me and taking an interest in me. So I think this has given me a new lease of life, and it's great to know that these youngsters in their 30s and 40s want to listen to the 80s music again. So music is coming back. It is, and all the folk tunes, sara kuch aayega wapas hun. Yeah, definitely. ਅਸੀਂ ਉਹਦੇ ਨਾਲ ਹੀ ਜੁੜੇ ਹੋਏ ਹਾਂ, ਜਿਹੜਾ 80s ਮਿਊਜ਼ਿਕ ਸਾਡੇ ਵਾਸਤੇ ਤਾਂ ਅਸਲੀ ਮਿਊਜ਼ਿਕ ਉਹ ਆ। ਹੁਣ ਜਿਹੜੇ ਸਾਡੇ ਗਾਂ ਬੱਚੇ ਆ ਜਿਹੜੇ ਅੱਜ ਦਾ ਮਿਊਜ਼ਿਕ ਉਹ ਪਸੰਦ ਕਰਦੇ ਆ, ਪਰ ਸਾਨੂੰ ਤੁਹਾਡੇ ਨਾਲ, like I said, when I get asked who's your favorite interview, I always take it back to everyone that I grew up with, and ਤੁਸੀਂ ਵੀ ਉਹਦੇ ਵਿੱਚ ਆ। ਸੋ ਜਦੋਂ ਤੁਸੀਂ ਮੇਰੇ ਮੈਸੇਜ ਦਾ ਜਵਾਬ ਦਿੱਤਾ, ਮੈਨੂੰ ਇੰਨਾ ਚਾਅ ਚੜਿਆ, and to be sitting here face to face with you, interviewing you is like a dream come true. So we definitely want to see you back, and ਜਿੱਥੇ ਵੀ ਤੁਹਾਨੂੰ ਲੋੜ ਪਈ ਚੈਨਲ ਪੰਜਾਬੀ ਦੇ ਸਾਡੇ ਪਲੇਟਫਾਰਮ ਦੀ, ਅਸੀਂ ਤੁਹਾਡੇ ਨਾਲ ਖੜੇ ਹਾਂ, because anyone that's as humble as yourself, that has ਜਿਨ੍ਹਾਂ ਨੇ ਇੰਨੇ barriers break ਕੀਤੇ ਆਪਣੀ ਲਾਈਫ ਦੇ ਵਿੱਚ, family problems ਤੋਂ ਲੈ ਕੇ, from almost having her voice destroyed because somebody had to mingle with your food, ਤੇ ਹਾਲੇ ਵੀ ਤੁਸੀਂ ਬੈਠੇ ਆ ਸਾਡੇ ਸਾਹਮਣੇ ਇੱਕ ਸਮਾਈਲ ਲੈ ਕੇ। ਇੱਕ ਸਟਰੋਂਗ ਔਰਤ ਦੀ ਮਿਸਾਲ ਆ ਤੁਸੀਂ, ਐਂਡ ਖਾਸ ਕਰਕੇ ਸਾਡੇ ਜਨਰੇਸ਼ਨ ਵਾਸਤੇ ਤੇ ਸਾਡੀ ਆਉਣ ਵਾਸਤੇ ਪੀੜ੍ਹੀਆਂ ਲਈ। ਸੋ ਕੋਈ ਮੈਸੇਜ ਜਿਹੜੀ ਸਾਡੀਆਂ ਅੱਜ ਔਰਤਾਂ ਆ, ਸਾਡੀਆਂ ਬੇਟੀਆਂ ਨਾਲ ਜੁੜੀਆਂ ਹੋਈਆਂ ਆ, ਜੋ ਇਹੋ ਜਿਹੀ ਹਾਲੇ ਵੀ ਇਸ ਟਾਈਮ ਦੇ ਵਿੱਚ, ਤੁਸੀਂ ਤਾਂ ਬਹੁਤ ਪਾਇਨੀਅਰ ਆ ਜਦੋਂ ਤੁਸੀਂ ਇਹ ਸ਼ੁਰੂ ਕੀਤਾ ਆ, ਪਰ ਹਾਲੇ ਵੀ ਇਹ ਸਟਰਗਲਸ ਕਿਤੇ ਨਾ ਕਿਤੇ ਆਪਣੇ ਸਾਰਿਆਂ ਦੀਆਂ ਮਿਲਦੀਆਂ ਆ। ਸੋ ਉਹਨਾਂ ਵਾਸਤੇ ਕੀ ਮੈਸੇਜ ਆ? ਮੇਰੀ ਮੈਸੇਜ ਇਹ ਹੀ ਆ ਕਿ ਕਿ ਆਪਣੇ ਦਿਲੋਂ ਆਪਣਾ ਪੈਸ਼ਨ ਤੁਸੀਂ ਰੱਖੋ। I mean, keep your passion going, be positive,
You don't need to prove to anybody or anything that you're right, but as long as you know what your goals are, ਉਹਦੇ ਨਾਲ ਜੁੜੇ ਰਹੋ ਪਿਆਰ ਦੇ ਨਾਲ, and I'm sure ਤੁਹਾਡੀ family ਵੀ they will come round to it one day, one way or the other. ਕਈ problems ਹੁੰਦੇ ਆ family ਦੇ ਵਿੱਚ, husbands and wives and ਸਾਰੇ ਤਰ੍ਹਾਂ ਦੇ problems ਸਾਡੇ ਹੁੰਦੇ ਆ, but I think eventually if you know that you are positive, just positivity is the biggest thing. ਇਹੀ ਮੈਂ ਕਹਿੰਦੀ ਹਾਂ, mental attitude right ਹੈਗੀ ਆ ਤੇ then everything is fine. ਇਹੀ ਮੈਂ ਕਹੂੰਗੀ ਕਿ keep your passions going. There's nothing better in life, and take each day as it comes, because ਕੋਈ worries ਕਰਕੇ ਕੁਛ ਕਿਸੇ ਤਰ੍ਹਾਂ ਦਾ ਫਾਇਦਾ ਨਹੀਂ ਹੁੰਦਾ ਲਾਈਫ ਦੇ ਵਿੱਚ. Life is just for today, and expectations high ਨਾ ਰੱਖੋ. Just keep on going and moving forward, and just be passionate about whatever you want to do. That's how I look at my life. Great words. Thank you so much. So let's talk about your anthem. ਅਖੀਰ ਦੇ ਵਿੱਚ ਇੱਕ ਜੋ I think ਜਿਹੜੀ ਤੁਹਾਡਾ ਸਿਗਨੇਚਰ ਐਂਥਮ ਆ, ਜੱਟੀ ਬੁਲਬੁਲ ਵਰਗੀ ਵੇ. ਸੋ ਜਦੋਂ ਇਹ ਕੋਈ ਵੀ ਗੀਤ ਸੁਣਦਾ ਆ, ਜਦੋਂ ਹਾਲੇ ਵੀ ਸਾਡੀ ਗੱਡੀਆਂ ਦੇ ਵਿੱਚ ਰੇਡੀਓ ਤੇ ਉੱਤੇ ਆਉਂਦਾ ਆ ਤੇ ਇਹਦਾ ਜ਼ਿਕਰ ਹੁੰਦਾ, ਇੱਕੋ ਹੀ ਚਿਹਰਾ ਤੇ ਇੱਕੋ ਹੀ ਨਾਂ ਤੁਹਾਡਾ ਪਰਮਜੀਤ ਪੰਮੀ ਦਾ ਸਾਹਮਣੇ ਆਉਂਦਾ ਆ. ਸੋ ਉਹ ਗੀਤ ਐਂਡ ਦੇ ਵਿੱਚ ਅਸੀਂ ਜ਼ਰੂਰ ਅੱਜ ਸਾਡੇ ਵਿਊਅਰਸ ਵਾਸਤੇ ਲਾਵਾਂਗੇ. we're going to go back down memory lane, but ਜਾਂਦੇ ਹੋਏ ਤੁਸੀਂ ਇਸ ਗੀਤ ਦੇ ਦੋ ਬੋਲ ਤੇ ਇਹਦਾ ਇੰਟਰੋਡਕਸ਼ਨ ਆਪ ਕਰੋਗੇ ਸਾਡੇ ਵਾਸਤੇ. ਬਟ ਉਸ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਤੁਸੀਂ ਇੱਕ ਸੱਦੇ ਦੇ ਉੱਤੇ ਸਾਡੇ ਨਾਲ ਜੁੜੇ ਆ. I can't wait to meet you in person when COVID is over, so I hope you're going to be staying safe, and we want you back. Can't wait to see you on the screen, and a virtual hug to you, and thank you so much for joining us. Thank you very much, Sukhi. ਤੁਹਾਡਾ ਵੀ ਤੁਸੀਂ ਮੇਰਾ ਇੰਟਰਵਿਊ ਕੀਤਾ ਆ. Thank you so much to put me on your channel. I'm really thankful to you ਕਿ ਤੁਹਾਡਾ passion ਹਾਲੇ ਵੀ going for Punjabi music, and ਸਾਡੇ ਵਰਗਿਆਂ ਨੂੰ ਤੁਸੀਂ ਟਾਈਮ ਦਿੱਤਾ ਹੈ, ਚਾਂਸ ਦਿੱਤਾ ਹੈ. ਥੈਂਕ ਯੂ ਵੈਰੀ ਮੱਚ. ਗੀਤ ਹੈਗਾ ਜੱਟੀ ਬੁਲਬੁਲ ਵਰਗੀ. ਜੱਟੀ ਬੁਲਬੁਲ ਵਰਗੀ ਵੇ, ਜੱਟੀ ਬੁਲਬੁਲ ਵਰਗੀ ਵੇ, ਮੋਲੇ ਮੁੰਡਿਆ ਚਾਦਰਾ ਲਾ ਕੇ, ਹੁਣ ਜੀ ਨਹੀਂ ਲੱਗਦਾ ਵੇ, ਹੁਣ ਜੀ ਨਹੀਂ ਲੱਗਦਾ ਵੇ, ਮਿਲ ਜਾ ਯਾਰ ਮੇਰੇ ਆਇਆ ਕੇ, ਜੱਟੀ ਬੁਲਬੁਲ ਵਰਗੀ ਵੇ, ਮੋਲੇ ਮੁੰਡਿਆ ਚਾਦਰਾ ਲਾ ਕੇ. Thank you so much, and ਆਪਾਂ ਫਿਰ ਛੇਤੀ ਜੁੜਾਂਗੇ with your new releases. I'd like to say thank you and ਸਤਿ ਸ਼੍ਰੀ ਅਕਾਲ to everybody, and stay safe. Thank you. ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ.